देश दुनिया च वसते पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, तीन वड्डे मसले लैके हाज़र हैं। सब तो पहला केंद्र सरकार वालों खेती संबंधी जिहड़े 3 आर्डीनेंस जारी किए गए ही, उन्हां संबंधी कैप्टन अमरिंदर सिंह ने लड़न का मादा दिखाया। कैप्टन अमरिंदर सिंह ने पंजाब विधान सभा का विशेष सैशन बुलाउण लई, विशेष अजलास सदन लई सिद्धांतक सहमति दित्ती है। जिहड़ी कल मीटिंग हुई आ, उहदे विच इह खुल के गल सामने आई है कि इस मुद्दे ते लड़िया जावे और सियासत दे विच एक हत्थ उत्ते रख लिया जावे अकालियां ते बाकी भरातरी जथेबंदियां नाल। उन्होंने किसान जथेबंदियां दे नुमाइंदियां नाल जिहड़ी गलबात कीती, जिहड़ी गल उभर के आउंदी, इह तां खबर बन गई। लेकिन खबर दे नाल जिहड़ी पिछे खबर पई आ, उहदे ते चर्चा करांगे कि आखिर जिहड़े पुराने इजलास होए उन्हां चों की निकलिया। दूजी गल कि सब तो वड्डा सवाल खड़ा हुंदा धार्मिक आस्था ते। जदों आस्था नूं ठेस पहुंचदी आ, लोग दुखी हुंदे आ, परेशान हुंदे आ। गुरु घरां दे विच लंगरां नूं लैके कुछ मसले ने जिन्हां दे विच श्री आनंदपुर साहब नाल संबंधित कुछ मुलाजम मुअत्तल कीते गए, किसी घपले दी कंसोद दिनां तो सुनाई दे रही है। दूजी जिहड़ी सब तो वड्डी खबर आ रही सीगी कि ਅੰਮ੍ਰਿਤਸਰ ਦੇ MP मैंबर पार्लीमेंट गुरजीत सिंह औजला ਵੱਲੋਂ एक शिकायत की गई सी कि ਜਿਹੜਾ मैं अपने MP फंड ਦੇ ਵਿੱਚੋਂ 1 ਕਰੋੜ ਰੁਪਈਆ ਦਿੱਤਾ ਸੀ ਕਿੱਟਾਂ ਖਰੀਦਣ ਲਈ ਤੇ ਹੋਰ ਸਮਾਨ ਲਈ, PPP ਕਿੱਟਾਂ ਦਾ ਉਹਦਾ ਮਿਆਰ ਬੜਾ ਘਟੀਆ ਜਿਹੜੀਆਂ ਖਰੀਦੀਆਂ ਗਈਆਂ ਔਰ ਬੜਾ ਚਿਰ ਉਹਦੀ ਜਾਂਚ ਹੋਈ ਨਹੀਂ। ਫਿਰ ਉਹਨਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਤੇ ਉਸ ਤੋਂ ਬਾਅਦ ਜਿਹੜੀ ਇੱਥੇ ਪ੍ਰਿੰਸੀਪਲ ਹੈ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਸੁਜਾਤਾ ਸ਼ਰਮਾ ਜਿਹੜੇ ਕਦੇ ਡਾਇਰੈਕਟਰ ਵੀ ਰਹੇ ਆ ਔਰ ਉਹਨਾਂ ਨੂੰ ਸਸਪੈਂਡ ਕਰਤਾ ਗਿਆ। ਸਵਾਲ ਇਹ ਹੈ ਕਿ ਜਿਹੜੇ 2 ਮਗਰਲੀਆਂ ਖਬਰਾਂ ਨੇ ਉਹਦੇ ਵਿੱਚ ਜਾਂਚ ਕਿਸ ਪੱਧਰ ਦੀ ਹੋ ਰਹੀ ਹੈ। ਸਸਪੈਂਸ਼ਨ ਕੋਈ ਹੱਲ ਨਹੀਂ, ਇਹ ਪ੍ਰਵਿਰਤੀਆਂ ਰੋਕਣ ਦਾ ਮਸਲਾ ਹੈ। ਲੇਕਿਨ ਸਭ ਤੋਂ ਪਹਿਲਾਂ ਆਉਂਦੇ ਆ ਪਹਿਲੀ ਖਬਰ ਵੱਲ, ਜਿਹਦੇ ਵਿੱਚ ਇਜਲਾਸ ਸੱਦਣ ਲਈ ਕੈਪਟਨ ਅਮਰਿੰਦਰ ਸਿੰਘ ਪੱਬਾਂ ਭਾਰ ਹੋਏ। ਬਿਲਕੁਲ। ਹੁਣ ਦੋਸਤੋ ਇਹ ਵੱਡਾ ਮਸਲਾ ਹੈ ਕਿ ਜੇ ਮੰਨ ਲਓ ਸ਼ੁਰੂਆਤੀ ਦੌਰ ਦੇ ਵਿੱਚ ਕੇਂਦਰ ਇਹ ਜ਼ਿੰਮੇਵਾਰੀ ਲੈਂਦਾ ਹੈ ਕਿ ਅਸੀਂ ਤੁਹਾਡੀ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਆ ਉਹਨੂੰ ਕਾਇਮ ਰੱਖਾਂਗੇ, ਉਹਦੇ ਤੇ ਜਿਣਸ ਖਰੀਦਾਂਗੇ, ਲੇਕਿਨ ਇਸ ਗੱਲ ਦੀ ਜ਼ਿੰਮੇਵਾਰੀ ਕੌਣ ਲਏਗਾ ਕਿ ਉਹ ਲਗਾਤਾਰ ਖਰੀਦੀ ਜਾਊਗੀ। ਸੋ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਅੱਗੇ ਜਾ ਕੇ ਸਾਡੀ ਜਿਹੜੀ ਰਵਾਇਤੀ ਫਸਲਾਂ ਨੇ ਝੋਨੇ ਕਣਕ ਦੀ, ਇਹਨਾਂ ਨੂੰ ਖਰੀਦਿਆ ਜਾਊਗਾ ਵੀ ਕਿ ਨਹੀਂ, ਕਿਉਂਕਿ ਪਹਿਲਾਂ ਹੀ ਕੇਂਦਰੀ ਏਜੰਸੀਆਂ ਹੌਲੀ ਹੌਲੀ ਹੱਥ ਪਿਛਾਂ ਖਿੱਚ ਗਈਆਂ, ਪਰਸੈਂਟੇਜ ਉਹਨਾਂ ਨੇ ਘਟਾ ਲਈ। ਹੁਣ ਇਸ ਮੁੱਦੇ ਤੇ ਜਦੋਂ ਅਕਾਲੀ ਦਲ ਸਟੈਂਡ ਲੈ ਕੇ ਸਟੈਂਡ ਤੋਂ ਪਿੱਛੇ ਹਟ ਗਿਆ, ਕੈਪਟਨ ਅਮਰਿੰਦਰ ਤੇ ਸੁਖਬੀਰ ਬਾਦਲ ਦੀ ਤੂੰ ਮੈਂ ਹੋਈ, ਦੋਨਾਂ ਨੇ ਆਪਣੇ ਆਪ ਨੂੰ ਸਟੇਟ ਦਾ ਵੱਡਾ ਹਤਿਆਸ਼ੀ ਗਰਦਾਨਣ ਤੇ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਅਗਲਾ ਸਟੈਪ ਲੈਂਦਿਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਹਮਦਰਦੀ ਲੈਂਦਿਆਂ, ਸਹਿਮਤੀ ਲੈਂਦਿਆਂ, ਜੇ ਕੈਪਟਨ ਅਮਰਿੰਦਰ ਸਿੰਘ 1 ਦਿਨ ਜਾਂ 2 ਦਿਨ ਦਾ ਵਿਸ਼ੇਸ਼ ਅਜਲਾਸ ਵਿਧਾਨ ਸਭਾ ਦਾ ਬੁਲਾਉਂਦੇ ਆ ਤੇ ਆਖਰ ਉਹਦਾ ਫਾਇਦਾ ਕੀ ਹੋਊਗਾ। ਅਸੀਂ ਗੱਲ ਇੱਥੇ ਕਰਨੀ ਆ ਕਿਉਂਕਿ ਜੇਕਰ 2018 ਦੇ ਵਿੱਚ ਬੇਅਦਬੀ ਮਾਮਲਿਆਂ 'ਚ ਇਜਲਾਸ ਸੱਦਿਆ ਸੀ, ਬਿਲਕੁਲ ਠੀਕ ਹੈ, ਔਰ ਉਹ ਲਿਪ ਸਰਵਿਸ ਤੋਂ ਅੱਗੇ ਨਹੀਂ ਵੱਧ ਸਕੇ, ਬੋਲੇ ਖੁੱਲ ਕੇ। ਮੈਨੂੰ ਹਰਮਿੰਦਰ ਗਿੱਲ ਯਾਦ ਹੈ ਉਦੋਂ ਕਿ ਅਕਾਲ ਤਖਤ ਦੇ ਜਥੇਦਾਰ ਦੇ ਚੀਥੜੇ ਉਡਾਤੇ ਉਹਨੇ, ਬਿਲਕੁਲ ਨਿੱਜੀ ਹਮਲੇ ਕੀਤੇ, ਉਹਨਾਂ ਦੇ ਨਿੱਜੀ ਜੀਵਨੀ ਜਿਹੜੀ ਸੀ ਉਹ ਢੇੜ ਕੇ ਰੱਖ ਦਿੱਤੀ ਇੱਕ ਵਾਰੀ ਫੜ ਕੇ। ਸੋ ਆਖਰ ਰਿਜ਼ਲਟ ਕੀ ਹੋਇਆ ਕਿ ਦਿਨ ਭਰ ਦੀ ਕਵਾਇਦ ਤੋਂ ਬਾਅਦ ਅਸੀਂ ਕਿੱਥੇ ਜਾ ਕੇ ਖੜੇ ਹੋਏ। ਬਿਲਕੁਲ ਉਹਦਾ ਰਿਜ਼ਲਟ ਕੀ ਹੋਇਆ? ਨਵਜੋਤ ਸਿੰਘ ਸਿੱਧੂ ਸਰਕਾਰ ਤੋਂ ਬਾਹਰ ਆ ਗਏ, ਅੱਜ ਤੱਕ ਬਾਹਰ ਬੈਠੇ ਜੀ। ਸੁਖਜਿੰਦਰ ਰੰਧਾਵਾ, ਤ੍ਰਿਪਰਜਿੰਦਰ ਬਾਜਵਾ ਜਿਹੜੇ ਸਭ ਤੋਂ ਮੋਹਰੀ ਸੀ ਜੀ। ਦੇਖੋ ਸਵਾਲ ਫਿਰ ਉੱਥੇ ਆ ਗਿਆ ਕਿ ਕਪਤਾਨ ਸਾਹਿਬ ਦੀ ਜਿਹੜੀ 3 ਸਾਲ ਦੀ ਕਾਰਗੁਜ਼ਾਰੀ ਹੈ ਜੀ, 2017 ਤੋਂ ਲੈ ਕੇ ਉਹਦੇ 'ਚ ਇਹ ਦੂਸਰਾ ਵਿਸ਼ੇਸ਼ ਸੈਸ਼ਨ ਹੋਣ ਲੱਗਾ। ਬਿਲਕੁਲ। ਪਹਿਲਾ ਸੈਸ਼ਨ ਜਿਹੜਾ ਤੁਸੀਂ ਕਿਹਾ 2018 'ਚ, ਉਹਦੇ ਅਹਿਮ ਮਤੇ ਸੀ ਕਿ ਬੇਅਦਬੀ ਦਾ ਇਨਸਾਫ ਮਿਲੇਗਾ ਜੀ। ਉਹ ਅਜੇ ਤੱਕ ਜਿਹਨੂੰ ਕਹਿ ਲਓ ਕਿ ਊਂਠ ਦੇ ਬੁੱਲ ਵਾਂਗ ਲਟਕੀ ਹੌਲੀ ਹੌਲੀ ਅਗਾਂਹ ਵਧ ਰਹੀ ਹੈ ਜੀ। ਹੁਣ ਫਿਰ ਪਿੱਛੇ ਜੇ ਤੁਹਾਡੇ ਸਾਹਮਣੇ ਇੱਕ ਆ ਗਿਆ ਸੀ ਕਿ ਜਿਹੜੀ ਸਿੱਟ ਹੈ ਉਹਨੇ ਕਿਹਾ ਸੀ ਕਿ ਜਿਹੜੇ ਇਹ ਬੇਅਦਬੀ ਦੇ ਗੋਲੀ ਕਾਂਡ ਦੇ ਮਾਮਲੇ ਨੇ ਇਹ ਉੱਥੇ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਆ ਉਹਨਾਂ ਦੀ ਅਦਾਲਤ 'ਚ ਨਾ ਜਾੜੇ ਜਾਣ, ਉਹਨਾਂ ਦਾ ਆਪਣਾ ਇੱਕ ਕੋਈ ਹੋਏਗਾ, ਤਰਕ ਹੋਏਗਾ। ਕੁਝ ਅਦਾਲਤੀ ਪ੍ਰਕਿਰਿਆਵਾਂ ਸੀ, ਉਹਨਾਂ ਪੱਤਰ ਲਿਖਿਆ ਸੀ, ਉਹ ਹੁਣ ਚੀਫ ਜੁਡੀਸ਼ੀਅਲ ਸੀ ਕਿ ਸੈਸ਼ਨ ਜੱਜ ਸੀ, ਕਿਹਨੂੰ ਲਿਖਿਆ, ਕਿਵੇਂ ਸੀ। ਲੇਕਿਨ ਸਵਾਲ ਇਸ ਤੋਂ ਵੱਡਾ ਸਰਦਾਰ ਸਾਹਿਬ ਖੜਾ ਹੋ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਟਰੈਕ ਰਿਕਾਰਡ ਇਹ ਕਹਿੰਦਾ ਹੈ ਕਿ ਜਦੋਂ 2002 ਤੋਂ 2007 ਦੇ ਦਰਮਿਆਨ, ਮੇਰੇ ਖਿਆਲ 2004 ਦੀ ਗੱਲ ਆ, ਜਦੋਂ ਪਾਣੀਆਂ ਦੇ ਸਮਝੌਤੇ ਰੱਦ ਕਰਨ ਵਾਲਾ ਬਿੱਲ ਆਇਆ ਸੀ, ਮਤਾ ਪਾਸ ਹੋਇਆ ਸੀ, ਉਸ ਮਤੇ ਨੂੰ ਸੁਪਰੀਮ ਕੋਰਟ ਜਾਂ ਭਾਰਤ ਸਰਕਾਰ ਜਾਂ ਰਾਸ਼ਟਰਪਤੀ ਕਿੰਨੀ ਕੁ ਮਾਨਤਾ ਦਿੱਤੀ ਉਹਨਾਂ? ਇਹ ਇੱਕ ਵੱਡਾ ਸਵਾਲ ਆ ਕਿ ਸਾਡੇ ਜਿਹੜੇ ਵਿਧਾਨ ਸਭਾਵਾਂ ਦੇ ਮਤੇ ਆ ਉਹਨਾਂ ਦੀ ਆਖਰ ਵੁਕਤ ਕਿੰਨੀ? ਬਿਲਕੁਲ। ਫਸਟ ਆਫ ਆਲ ਕਿ
ਇਸ ਗੱਲ ਨੂੰ ਛੱਡ ਕੇ ਕਿ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਸਾਰੇ ਐਮਐਲਏ ਸਹਿਮਤੀ ਦਿੰਦੇ ਆ, ਜੀ। ਇਸ ਤੋਂ ਵੱਧ ਇਹਦੀ ਕੀ ਵਕਤ ਹੈ? ਜੀ। ਸਵਾਲ ਵੱਡਾ ਹੈ। ਸਹੀ ਗੱਲ। ਦੇਖੋ, ਧਾਰਾ 370 ਦਾ ਮਾਮਲਾ ਹੈ ਜੀ ਤੇ ਬਾਕੀ ਮਸਲੇ ਆ, ਜਿੰਨੇ ਮੋਦੀ ਸਰਕਾਰ ਨੇ ਫੈਸਲੇ ਲਏ ਜੀ। ਪਿਛਾਂ ਪੈਰ ਨਹੀਂ ਪੁੱਟਿਆ। ਬਿਲਕੁਲ। ਸਵਾਲ ਤੇ ਇਹ ਆ ਕਿ ਤੁਸੀਂ ਉਹਨਾਂ ਨੂੰ ਕਨਵਿੰਸ ਕਿਵੇਂ ਕਰ ਸਕਦੇ ਹੋ? ਜੀ ਕੀ ਕੈਪਟਨ ਅਮਰਿੰਦਰ ਸਿੰਘ, ਜਿਹੜੇ ਉਹਨਾਂ ਦੇ ਮੋਦੀ ਨਾਲ ਨਿੱਜੀ ਸੰਬੰਧ ਹੈ, ਪ੍ਰਧਾਨ ਮੰਤਰੀ ਦੇਸ਼ ਦਾ ਔਰ ਸਟੇਟ ਦਾ, ਸੂਬੇ ਦਾ ਮੁੱਖ ਮੰਤਰੀ, ਦੋਵਾਂ ਦੇ ਨਿੱਜੀ ਤਾਲੁਕਾਤ ਆ, ਕੀ ਉਹ ਆਪਣੇ ਨਿੱਜੀ ਤਾਲੁਕਾਤ ਵਰਤਣਗੇ ਜਾਂ ਸਿਰਫ ਤੇ ਸਿਰਫ ਸਿਆਸਤ ਕਰਨਗੇ? ਦੂਜੇ ਬੰਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੋਡੀ ਹੱਥ ਲਾਉਂਦੇ ਆ ਹਾਂ ਮੋਦੀ। ਕੀ ਗੋਡੀ ਹੱਥ ਲਾਉਣਾ ਇੱਕ ਰਸਮ ਆ ਜਾਂ ਰਸਮ ਤੋਂ ਵੱਧ ਕੋ ਰਿਸ਼ਤਾ ਵੀ? ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਨੇ। ਜਦੋਂ ਤੁਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜਿਹੜਾ ਮਤਾ ਆਂਦਾ ਉਹਦੀ ਗੱਲ ਕਰਦੇ ਹੋ, ਤੇ ਫਿਰ ਜਿਹੜੇ ਲੋਕ ਉਸ ਵੇਲੇ ਵਿਧਾਨ ਸਭਾ ਦੇ ਵਿੱਚ ਬੈਠੇ ਸੀ ਵਿਰੋਧੀ ਧਿਰ ਦੇ ਵਿੱਚ, ਜੀ ਆਖਰ ਉਹਨਾਂ ਲੋਕਾਂ ਨੇ ਹੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਜਿਹੜੀ ਅਕਵਾਇਰ ਕੀਤੀ ਜ਼ਮੀਨ ਸੀ ਵਾਪਸ ਕੀਤੀ। ਬਿਲਕੁਲ ਕੀਤੀ। ਹਰਿਆਣੇ ਨੂੰ 191 ਕਰੋੜ ਰੁਪਏ ਦਾ ਚੈੱਕ ਫੜਾ ਦਿੱਤਾ। ਫਿਰ ਉਹਨਾਂ ਦੀ ਜਿਹੜੀ ਅੰਦਰ ਬੈਠਿਆਂ ਦੀ ਸਹਿਮਤੀ ਜਾਂ ਅਸਹਿਮਤੀ ਸੀ, ਉਹ ਕੀ ਅਰਥ ਰੱਖਦੀ ਸੀ? ਕੋਈ ਅਰਥ ਨਹੀਂ ਰੱਖਦੀ। ਕਿਉਂਕਿ ਜਦੋਂ ਤੁਸੀਂ ਸਾਰੀ ਸਿਆਸਤ ਤੁਹਾਡੀ ਪੰਜਾਬ ਦੇ ਪਾਣੀਆਂ ਤੋਂ ਸ਼ੁਰੂ ਹੁੰਦੀ ਹੈ 1982 ਤੋਂ, ਜੀ। ਬਲਕਿ 1966 ਤੋਂ ਤੁਸੀਂ ਪੰਜਾਬ ਦੇ ਪਾਣੀਆਂ ਦੀ ਲੜ ਰਹੇ ਹੋ। ਜੀ। ਲੇਕਿਨ 66 ਤੋਂ ਚੱਲ ਕੇ 16 ਚ 50 ਸਾਲ ਬਾਅਦ ਤੁਸੀਂ ਉਸ ਪਾਣੀਆਂ ਦੀ ਸਿਆਸਤ ਦਾ ਸਿੱਧਾ ਹੀ ਭੋਗ ਪਾ ਦਿੰਦੇ ਹੋ। ਹੁਣ ਵੀ ਉਹੀ ਆ। ਨਹੀਂ ਸਰਦਾਰ ਜੀ, ਭੋਗ ਪਾਉਂਦੇ ਚੰਗਾ ਲੱਗਦਾ ਜੀ ਜੇ ਕਿਸੇ ਸਿੱਟੇ ਤੇ ਪਹੁੰਚ ਕੇ ਪਾਉਂਦੇ। ਅਸੀਂ ਸਿਰਫ ਦੇਖੋ, ਅਸੀਂ ਸਿਧਾਂਤਕ ਤੌਰ ਦੇ ਉੱਤੇ ਜੀ ਸਕੰਜੇ 'ਚ ਫਸੇ ਆ। ਇਹ ਸਕੰਜਾ ਸਾਨੂੰ ਅਜੇ ਛੱਡਦਾ ਨਹੀਂ। ਤੁਸੀਂ ਕਹਿੰਦੇ ਨਾ, ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੇ ਝਪਟਣ ਦੀ ਬਿਲਕੁਲ। ਸੰਭਾਵਨਾ ਖਤਮ ਨਹੀਂ ਹੁੰਦੀ। ਜੀ। ਠੀਕ ਹੈ ਜੀ। ਕਬੂਤਰ ਨੂੰ ਭਰਮ ਪੈਦਾ ਹੁੰਦਾ ਜੀ, ਹੈ ਜੀ। ਕਿ ਸਭ ਠੀਕ ਹੈ। ਹੁਣ ਸਾਡਾ ਵੀ ਇਹੀ ਹਾਲ ਆ ਕਿ ਅਸੀਂ ਆਪਣੇ ਹਿੱਸੇ ਦੀ ਨਹਿਰ ਦੇ ਵਿੱਚ 4 ਟੱਪ ਮਿੱਟੀ ਦੇ ਪਾਤੇ। ਜੀ ਬਸ ਗੱਲ ਦੇਖੋ, ਅਸੀਂ ਹਰ ਵਾਰ ਪਹਿਲਾਂ ਜੇ ਉਹ ਟੱਪ ਲਾਤੇ ਸੀ 4, ਜੀ। ਤੇ ਅਸੀਂ ਉਹਨਾਂ 4 ਟੱਪਾਂ ਨੂੰ ਮਿੱਟੀ ਪਾਉਣ ਦੇ ਲਈ ਮੋਰਚਾ ਲਾਤਾ। ਜੀ। ਤੇ ਜਦੋਂ ਸਭ ਕੁਝ ਪੰਜਾਬ ਦਾ ਪੈਸਾ ਪਾਣੀ ਵਾਂਗ ਵਹਾ ਦਿੱਤਾ ਗਿਆ, ਮਾਫ ਕਰਨਾ, ਜਿਹੜਾ ਤੁਸੀਂ ਅੱਜ ਪੈਸਾ ਲਾ ਰਹੇ ਹੋ, ਅੱਜ ਅਗਰ ਕਿਸੇ ਨੂੰ 200 ਕਰੋੜ ਦਾ ਮੁਆਵਜ਼ਾ ਦੇ ਰਹੇ ਹੋ, ਤੇ 50 ਸਾਲ ਬਾਅਦ ਉਹ 200 ਕਰੋੜ ਦਾ ਵਿਆਜ ਗਿਣਨਾ ਚਾਹੀਦਾ ਬਣਦਾ ਤੁਹਾਨੂੰ, ਵੀ ਤੁਸੀਂ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਹੋਏਗਾ ਉਸ ਵੇਲੇ। ਲੇਕਿਨ ਹੁਣ ਇਹੀ ਗੱਲ ਇਹਦੇ ਤੇ ਆ ਗਈ 2018 ਵਾਲੇ ਦੇ ਉੱਤੇ। 2018 ਚ ਕੀ ਹੋਇਆ? ਕੀ CBI ਦਾ ਕੇਸ ਜਿਹੜਾ ਸੀਗਾ ਉਹ ਕਮਜ਼ੋਰ ਨਹੀਂ ਹੋਇਆ? ਜੀ। ਕੀ ਉਹ ਦੁਬਾਰਾ ਕੇਸ ਸ਼ੁਰੂਆਤ ਨਹੀਂ ਹੋਈ ਜਾਂਚ? ਹੁਣ ਉਹ ਜਾਂਚ ਕਿੱਥੇ ਆ ਜਿਹੜੀ ਜਾਂਚ ਨੂੰ ਲੈ ਕੇ CBI ਕਹਿੰਦੀ ਸੀ ਅਸੀਂ ਤੇ ਬਿਲਕੁਲ ਹੁਣ ਅਫਸਰ ਬਦਲਤਾ? ਕਦੀ ਸੁਣਿਆ ਕਿਸੇ ਨੇ? ਕਦੀ ਕਿਸੇ ਮਤਲਬ ਕਿ ਜਿਹੜਾ ਇਹਨਾਂ ਦਾ ਕਾਨੂੰਨ ਵਿਭਾਗ ਆ ਜਾਂ ਐਡਵੋਕੇਟ ਜਨਰਲ ਦਾ ਦਫ਼ਤਰ ਆ ਜਾਂ ਕੈਪਟਨ ਅਮਰਿੰਦਰ ਸਿੰਘ ਦੇ, ਕਦੀ ਉਹਨਾਂ ਦੇ ਮੂੰਹ ਸੁਣਿਆ ਹੀ ਨਹੀਂ ਕਿਸੇ ਨੇ। ਹੁਣ ਜਦੋਂ ਤੁਸੀਂ ਇਹ ਕਰ ਲੋਗੇ, ਪਹਿਲਾਂ ਤੁਸੀਂ ਆਲ ਪਾਰਟੀ ਮੀਟਿੰਗ ਸੱਦੀ। ਜੀ। ਆਲ ਪਾਰਟੀ ਮੀਟਿੰਗ ਦੇ ਵਿੱਚ ਅੰਦਰ ਬੈਠ ਕੇ ਤੁਸੀਂ ਸਾਰੇ ਇੱਕ ਦੂਜੇ ਦੇ ਆਮੋ ਸਾਹਮਣੇ ਹੋ, ਬਾਹਰ ਨਿਕਲਦੇ ਹੋ ਤੇ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ। ਇਹਦਾ ਮਤਲਬ ਕਿ ਤੁਸੀਂ ਖਾਣ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਅਸੀਂ ਬਾਹਰ ਆ ਕੇ ਇਸ ਥਾਲੀ ਨੂੰ ਭੰਡ ਦੇਣਾ ਹੁਣ। ਸਰ ਉਹ ਤਾਂ ਗਈ ਅੰਦਰ ਦਿਖਾਉਣ ਲਈ ਸੀ, ਜੀ। ਜੋ ਉਹਨਾਂ ਬਾਹਰ ਜਾ ਆ ਕੇ ਦਿਖਾਉਣਾ ਸੀ, ਬਿਲਕੁਲ ਉਹੀ ਤਾਂ ਕਰਨ ਗਏ ਸੀ। ਹਾਂ। ਲੇਕਿਨ ਸਰਦਾਰ ਸਾਹਿਬ, ਮੇਰਾ ਇੱਕ ਸਵਾਲ ਬਹੁਤ ਅਹਿਮ ਆ, ਮੇਰੇ ਬ੍ਰੇਨ ਚੋਂ ਅੱਜਕੱਲ ਚੀਜ਼ਾਂ ਸਕਿਪ ਹੋ ਜਾਂਦੀਆਂ, ਬੜੀਆਂ ਨਾਲ ਚੱਲਦੀਆਂ ਹੁੰਦੀਆਂ। ਬਹੁਤ ਵੱਡਾ ਸਵਾਲ ਇਹ ਹੈ ਕਿ ਜਦੋਂ 2018 ਚ ਬੇਅਦਬੀ ਮਾਮਲਿਆਂ ਦੇ ਵਿੱਚ ਅਜਲਾਸ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਮਤਾ ਪਾਸ ਹੁੰਦਾ ਹੈ ਕਿ CBI ਤੋਂ ਕੇਸ ਵਾਪਸ ਲੈ ਕੇ ਔਰ ਇਹ ਪੰਜਾਬ ਪੁਲਿਸ ਨੂੰ ਦਿੱਤੇ ਜਾਣਗੇ, ਇਹੀ ਸੀ ਜੀ। ਜੇਕਰ ਮੰਨ ਲਓ ਇਹੀ ਕੇਸ ਕਿਸੇ ਦੇ ਘਰ ਦਾ ਹੁੰਦਾ, ਜੀ ਕਿਸੇ ਜ਼ਮੀਨ ਵੱਟ ਬੰਨੇ ਦਾ ਹੁੰਦਾ, ਹਾਂ, ਫਿਰ ਲੜਦੇ ਕਿ ਨਾ ਲੜਦੇ? ਅਸੀਂ ਪੈਰ ਜੁੱਤੀ ਨਹੀਂ ਸੀ ਪਾਉਣੀ। ਨਾ, ਸਵਾਲ ਨਹੀਂ ਪੈਦਾ ਹੁੰਦਾ ਜੀ। ਘਰ ਦਾ ਇੱਕ ਜੀ ਪੱਕਾ ਇਹਨਾਂ ਕੰਮਾਂ ਤੇ ਲੱਗਾ ਹੁੰਦਾ, ਦੇਖੀ ਤਰੀਕ ਨਾ ਭੁੱਲ ਜੇ। ਸਹੀ ਗੱਲ। ਅਸੀਂ ਹਰ ਥੱਲੇ ਦੇ ਬੰਦੇ ਤੋਂ ਲੈ ਕੇ ਉੱਤੋਂ ਦੇ ਬੰਦੇ ਤੱਕ ਪਹੁੰਚ ਕਰਦੇ ਹਾਂ। ਕੋਈ ਸਿਆਸੀ ਨਹੀਂ ਛੱਡਦੇ, ਕੋਈ ਪ੍ਰਸ਼ਾਸਨਿਕ ਨਹੀਂ ਛੱਡਦੇ। ਲੇਕਿਨ ਜਦੋਂ ਅਸੀਂ ਮਤਾ ਕਰਕੇ ਆ ਗਏ, ਹਾਂ, ਉਸ ਤੋਂ ਬਾਅਦ ਅਸੀਂ 3 ਚਿੱਠੀਆਂ ਪਾ ਕੇ ਸਾਰ ਲਿਆ। ਕਿੰਨੀ ਕੁ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਲਈ ਸਮਾਂ ਕੱਢਿਆ? ਉਸ ਤੋਂ ਬਾਅਦ ਕਦੀ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ। ਮੈਂ ਕਿਹਾ ਕਿੰਨੇ ਕੁ ਬੰਦੇ ਜਿਹੜੇ ਸੀ ਇਹ, ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਮੀਟਿੰਗਾਂ ਵੀ ਹੋਈਆਂ, ਬਜਟ ਇਜਲਾਸ ਹੋਇਆ, ਕਦੀ ਕਿਸੇ ਨੂੰ ਮਤਲਬ ਕਿ ਕੰਸੋਈ ਨਹੀਂ ਨਿਕਲੀ। ਨਹੀਂ, ਮੈਂ ਕਿਹਾ ਸਰ ਉਹ ਵੀ ਛੱਡੋ, ਰੂਟੀਨ ਕਾਰਵਾਈ ਹੈ। ਦੇਖੋ, ਤੁਹਾਡੇ ਮੇਰੇ ਵਰਗੇ ਜਾਂ ਆਮ ਘਰਾਂ ਦੇ ਮਸਲੇ ਆਪ ਸਿੱਝਣੇ ਹੁੰਦੇ, ਤੁਹਾਡੇ ਕੋਲ ਤਾਂ ਟੀਮਾਂ ਨੇ ਲੋਕਾਂ ਦੇ ਪੈਸੇ ਤੇ ਲਾਈਆਂ ਨੇ, 150 ਵਕੀਲ ਆ। ਸਵਾਲ ਇਹ ਸੀ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਸੀ, ਜਿਹੜੇ ਝੋਲੀ ਅੱਡਦੇ ਸੀ, ਹਾਂ, ਸੁਖਜਿੰਦਰ ਸਿੰਘ ਰੰਧਾਵਾ ਸੀ, ਤ੍ਰਿਪਤ ਰਜਿੰਦਰ ਬਾਜਵਾ ਸੀ, ਇਹ ਪਰਸਨਲ ਆਧਾਰ ਤੇ ਉਹਦੀ ਪੈਰਵਾਈ ਕਿਉਂ ਨਾ ਕੀਤੀ? CBI ਦੇ ਦਫ਼ਤਰ ਦੇ ਗੇੜੇ ਮਾਰ ਸਕਦੇ ਸੀ, ਆਪਣੇ ਵਕੀਲਾਂ ਦੇ ਦਫ਼ਤਰਾਂ ਨੂੰ ਰੋਜ਼ ਨੌਕ ਕਰ ਸਕਦੇ ਸੀ,
ਜਿਹੜੇ ਐਡਵੋਕੇਟ ਜਨਰਲ ਸੀ ਅਤੁਲ ਨੰਦਾ ਉਹਨਾਂ ਨੂੰ ਰੋਜ਼ ਪੁੱਛਦੇ ਕੀ ਹੋਇਆ, ਇਹ ਚ ਨੈਕਸਟ ਕੀ ਹੋਇਆ, ਜਿਹੜੀ ਚਿੱਠੀ ਪਾਈ ਸੀ ਉਹਦਾ ਜਵਾਬ ਮਿਲਿਆ ਕਿ ਨਹੀਂ, ਉੱਥੇ ਰਿਸੀਵ ਹੋਈ ਕਿ ਨਹੀਂ। ਮੈਂ ਅੱਜ ਕੱਲ੍ਹ ਤੇ ਕਹਿਣ ਲੱਗਾ ਜੀ ਕਿ ਜਿਹੜੀ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਸਾਂਝ ਸੀ ਉਹ ਕਿੱਥੇ ਗਈ? ਨਹੀਂ ਸਰਦਾਰ ਜੀ, ਜੇ ਇਹ ਪੰਜਾਬ ਦੇ ਹਿੱਤਾਂ ਦੀ ਸਾਂਝ ਨਹੀਂ ਹੈ ਸਰਦਾਰ ਜੀ, ਇਸ ਤੋਂ ਵੀ ਵੱਡਾ ਮਸਲਾ ਸੀ। ਬਹੁਤ ਅਹਿਮ ਸਵਾਲ ਹੈ, ਅਹਿਮ ਗੱਲ ਆ। ਜਿਸ ਦਿਨ ਤੁਸੀਂ ਮਤਾ ਪਾਸ ਕਰਦੇ ਹੋ, ਤੁਸੀਂ ਆਪਣੇ ਸਾਰੇ ਵਜ਼ੀਰਾਂ ਨੂੰ ਲੈ ਕੇ ਉਹ ਚਿੱਠੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਦਿੰਦੇ ਮਤਾ ਖੜ ਕੇ। ਬਿਲਕੁਲ ਸਹੀ ਗੱਲ। ਤੁਸੀਂ ਗਵਰਨਰ ਕੋਲੋਂ, ਤੁਸੀਂ ਰਾਜਪਾਲ ਪੰਜਾਬ ਕੋਲੋਂ ਸਹਿਮਤੀ ਲੈ ਕੇ ਨਿੱਜੀ ਹੱਥਾਂ 'ਚ ਜਾ ਕੇ ਦਿੰਦੇ, ਉਹਨਾਂ ਨੂੰ ਕਹਿੰਦੇ ਕਿ ਸਾਡੀ ਇੱਜ਼ਤ ਪੱਤ ਦਾ ਸਵਾਲ ਆ, ਸਾਡੀ ਸਟੇਟ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਵਾਲ ਆ, ਇਸ ਫੈਸਲਾ ਅਸੀਂ ਕੀਤਾ, ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਕੀਤਾ, ਜਿਹੜੇ ਲੋਕਾਂ ਦੇ ਨੁਮਾਇੰਦੇ ਆ, ਕਿ ਅਸੀਂ ਆਪਣੀ ਪੁਲਿਸ ਫੋਰਸ ਤੋਂ ਇਹਦੀ ਇਨਕੁਆਇਰੀ ਕਰਾਉਣੀ। ਸੀਬੀਆਈ ਤੁਸੀਂ ਵਾਪਸ ਲੈ ਲਓ। ਸੀਬੀਆਈ ਕੋ ਤਗੜੀ ਥੋੜਾ ਹੋਗੀ, ਸੀਬੀਆਈ ਦੇ ਡਾਇਰੈਕਟਰ ਸਾਹਿਬ ਕੋਈ ਥੋੜੀ ਹੋਗੇ। ਅਖੀਰ ਗੱਲ ਤਾਂ ਪੋਲੀਟੀਕਲ ਵਿਲ ਦੀ ਹੁੰਦੀ ਹੈ, ਪੋਲੀਟੀਕਲ ਫੈਸਲਿਆਂ ਦੀ ਹੁੰਦੀ। ਪੋਲੀਟੀਕਲ ਫੈਸਲਾ ਅਮਰਿੰਦਰ ਸਿੰਘ ਆਪਣਾ ਨਿੱਜੀ ਤਾਂ ਕਰਾ ਲੈਂਦੇ ਹੋਣਗੇ, ਆਪਣੇ ਹੋਰ ਜਿਹੜੇ ਜ਼ਰੂਰੀ ਆ ਉਹ ਤਾਂ ਕਢਾ ਲੈਂਦੇ ਹੋਣਗੇ, ਲੇਕਿਨ ਜਦੋਂ ਮਸਲਾ ਲੋਕਾਂ ਦੇ ਸਾਹ ਦਾ ਸੀ, ਜਦੋਂ ਲੋਕਾਂ ਨੇ ਤੁਹਾਨੂੰ ਸਰਕਾਰ ਹੀ ਇਸ ਮੁੱਦੇ ਤੇ ਦਿੱਤੀ, ਫਿਰ ਤੁਸੀਂ ਉਸ ਮੁੱਦੇ ਨੂੰ ਇਗਨੋਰ ਕਰਦੇ ਚਲੇ ਗਏ। ਅਜੇ ਤੱਕ ਸੀਬੀਐਸਈ ਵੱਖਰਾ, ਸੀਬੀਆਈ ਮੈਂ ਮਾਫੀ ਚਾਹੁੰਦਾ 2 ਵਾਰੀ ਸੀਬੀਐਸਈ ਨਿਕਲ ਗਿਆ, ਸੀਬੀਆਈ ਵੱਖਰਾ ਲੜੀ ਜਾਂਦੀ ਹੈ ਤੇ ਪੰਜਾਬ ਪੁਲਿਸ ਦੀ ਐਸਆਈਟੀ ਵੱਖਰਾ ਕਰੀ ਜਾਂਦੀ। ਲੇਕਿਨ ਸਵਾਲ ਹੈ ਕਿ ਜਿਨ੍ਹਾਂ ਨੇ ਇਨਸਾਫ ਦਿਵਾਉਣਾ ਸੀ, ਜਿਨ੍ਹਾਂ ਨੇ ਸਹੀ ਲਫ਼ਜ਼ਾਂ ਇਨਸਾਫ ਦਿਵਾਉਣਾ ਸੀ, ਉਹ ਚੁੱਪ ਕਰਕੇ ਬੈਠੇ ਨੇ। ਹੁਣ ਸਰਦਾਰ ਸਾਹਿਬ ਇਸੇ ਮਸਲੇ ਤੇ ਜੇ ਇਸ ਵਾਰੀ ਦੇਖੀਏ ਕਿ ਮੰਨ ਲਓ ਅਜਲਾਸ ਸੱਦ ਲਿਆ ਜਾਂਦਾ ਜੀ, ਜੇ ਅਜਲਾਸ ਸੱਦਿਆ ਜਾਂਦਾ ਉਹਦੇ ਚ ਤਕਰੀਰਾਂ ਹੋਣਗੀਆਂ, ਇਸ ਮਿੱਟੀ ਦਾ ਸਭ ਤੋਂ ਵੱਡਾ ਕਰਜ਼ ਦੱਸਿਆ ਜਾਊਗਾ ਆਪਣੇ ਤੇ, ਇਸ ਮਿੱਟੀ ਲਈ ਜੀਣ ਮਰਨ ਦੀਆਂ ਗੱਲਾਂ ਹੋਣਗੀਆਂ, ਹਰ ਕੁਰਬਾਨੀ ਦਾ ਜ਼ਿਕਰ ਹੋਊਗਾ ਜਿਹੜੀ ਪਿੱਛੇ ਵੀ ਚੱਲੀ ਜਾਂਦੀ ਹੈ। ਬਿਲਕੁਲ। ਅਕਾਲੀ ਦਲ ਵਾਲੇ ਬਾਹਰਲੇ ਬੰਨੇ ਮਜਮਾ ਲਾ ਲੈਣਗੇ, ਇਹ ਅੰਦਰ ਲਾ ਲੈਣਗੇ। ਹਾਂ, ਅਕਾਲੀ ਦਲ ਲਈ ਇੱਕ ਵਾਰੀ ਮੌਕਾ ਫੇਰ ਹੈ ਕਿ ਅਕਾਲੀ ਦਲ, ਸਵਾਲ ਇਹੋ ਪੁੱਛਣਾ ਬਣਦਾ ਵੀ ਐਤਕੀ ਵੀ ਅਕਾਲੀ ਦਲ ਵੱਖਰਾ ਹੀ ਅਜਲਾਸ ਕਰੇਗਾ ਵਿਧਾਨ ਸਭਾ? ਮੈਂ ਕਿਹਾ ਅਜਲਾਸ ਕੀ ਕਹਿੰਦੇ ਹੋ, ਮਜਮਾ ਹੁੰਦਾ ਹੈ। ਬੰਦਾ ਪੁੱਛੇ ਨਹੀਂ, ਚਲੋ ਅਸੀਂ ਜਿਹੜਾ ਲਫ਼ਜ਼ ਉਹਨਾਂ ਵਰਤਣਾ ਅਸੀਂ ਉਹੀ ਵਰਤੀਏ। ਮੈਂ ਕਿਹਾ ਸਰਦਾਰ ਜੀ ਮਜਮਾ ਤੇ ਲੋਕਾਂ ਨੇ ਕਹਿ ਹੀ ਦੇਣਾ। ਮੈਂ ਕਿਹਾ ਸਰਦਾਰ ਜੀ ਇਹ ਗੱਲ ਦੱਸਣ ਕਿ ਕੀ 117 ਦੇ 117 ਵਿਧਾਇਕ ਇਸ ਮਾਮਲੇ 'ਚ ਕਹਿਣਗੇ ਜੀ? ਦੂਜੀ ਗੱਲ, ਜੇ ਅਕਾਲੀ ਦਲ ਵਾਲੇ 15 ਜਾਂ 14 ਜਿੰਨੀ ਵੀ ਵਟਸਐਵਰ ਜਿੰਨੀ ਵੀ ਗਿਣਤੀ ਆ, ਕਿਉਂਕਿ ਪਰਮਿੰਦਰ ਪਤਾ ਨਹੀਂ ਇਹਨਾਂ ਦੇ ਨਾਲ ਕਿ ਬਾਹਰ ਜੀ, ਜੇਕਰ ਉਹ ਇਹਦੇ ਵਿੱਚ ਵੀਟੋ ਕਰਦੇ ਆ, ਇਹਦੇ ਖਿਲਾਫ ਜਾਂਦੇ ਆ, ਜਾਂ ਇਹਦੇ 'ਚ ਵਾਕਆਊਟ ਕਰਦੇ ਆ, ਜਾਂ ਬਾਹਰ ਰਹਿ ਜਾਂਦੇ ਆ, ਗੈਰ ਹਾਜ਼ਰੀ ਦਰਜ ਕਰਾਉਂਦੇ ਆ, ਤੇ ਕੀ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਹੋਣਗੇ? ਬਿਲਕੁਲ। ਉਹਨਾਂ ਦੇ ਵਿਚਲੇ ਉਹਨਾਂ ਦੇ 2-3 ਜਿਹੜੇ ਬਾਹਰ ਤੁਰੇ ਫਿਰਦੇ ਉਹ ਜਾਣਗੇ ਜੀ। ਇਹ ਵੱਡੇ ਸਵਾਲ ਨੇ ਕਿ ਕੀ ਉਸ ਅਜਲਾਸ ਚੋਂ ਹੋਣ ਵਾਲਾ ਮਤਾ ਇੱਕ ਮਤੇ ਤੱਕ ਸੀਮਤ ਰਹਿ ਜਾਂਦਾ ਜਾਂ ਐਕਸ਼ਨ ਲਈ ਅੱਗੇ ਤੋਰਿਆ ਜਾਂਦਾ? ਮੈਂ ਇੱਥੇ ਤੁਹਾਡੇ ਨਾਲ ਲਗਾ ਕਿ ਜਦੋਂ ਜਿਹੜਾ ਮਤਾ ਹੋ ਰਿਹਾ ਜੀ, ਆਖਰਕਾਰ ਉਹ ਕੇਂਦਰ ਦੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ, ਉਹਦੇ ਆਰਡੀਨੈਂਸ ਦੇ ਖਿਲਾਫ ਹੋ ਰਿਹਾ ਜੀ, ਔਰ ਬਾਰ-ਬਾਰ ਭਾਜਪਾ ਜਿਹੜੀ ਸਪਸ਼ਟੀਕਰਨ ਦੇਈ ਜਾ ਰਹੀ ਹੈ। ਹਾਲਾਂਕਿ ਇਹ ਸਭ ਨੂੰ ਸ਼ੰਕਾ ਆ, ਸਭ ਨੂੰ ਪਤਾ ਕਿ ਜੋ ਕੁਝ ਲਿਖਿਆ ਹੁੰਦਾ ਜਦੋਂ ਬਾਹਰ ਅਮਲੀ ਰੂਪ ਸਾਹਮਣੇ ਆਉਣਾ ਕਿਹੜਾ ਆਉਣਾ ਆ ਜੀ, ਸ਼ੰਕਾ ਜਿਹੜੀ ਉਹ ਹਰ ਟਾਈਮ ਇਹੋ ਜਿਹੇ ਆਰਡੀਨੈਂਸ ਦੇ ਉੱਤੇ ਬਰਕਰਾਰ ਰਹਿੰਦੀ ਹੈ। ਬਿਲਕੁਲ। ਭਾਜਪਾ ਕਹਿ ਰਹੀ ਹੈ ਅਸੀਂ ਕੁਝ ਨਹੀਂ ਕਰ ਰਹੇ, ਅਸੀਂ ਕੁਝ ਨਹੀਂ ਕਰ ਰਹੇ, ਇਹ ਸਾਰੇ ਮਤੇ ਕਿਸਾਨ ਹਜ਼ਾਤੀ ਨੇ, ਔਰ ਉਹਨਾਂ ਦੀ ਬੋਲੀ ਜਿਹੜੀ ਆ ਉਹ ਅਕਾਲੀ ਦਲ ਬੋਲ ਰਿਹਾ। ਬਿਲਕੁਲ, ਕਿਉਂਕਿ ਦੋਨੇ ਭਾਈਵਾਲ ਨੇ। ਨਹੀਂ ਕਰਨ ਕਿੱਦਾਂ ਨਾ, ਸਰਕਾਰ ਦੇ ਵਿੱਚ ਹਿੱਸੇਦਾਰੀ ਹੋਵੇ, ਹਿੱਸੇਦਾਰੀ ਹੈ ਨਾ, ਸਰਕਾਰ ਦੇ ਫੈਸਲੇ ਲੈਣ ਲੱਗਿਆਂ ਤੁਹਾਡੀ ਹਾਜ਼ਰੀ ਹੋਵੇ, ਬਿਲਕੁਲ, ਤੇ ਫਿਰ ਤੁਸੀਂ ਉਹਦੇ ਤੋਂ ਵੱਖਰੀ ਬਣਾ ਕਿਵੇਂ ਸਕਦੇ ਹੋ? ਹੁਣ ਸਵਾਲ ਫਿਰ ਉੱਥੇ ਆ ਗਿਆ ਕਿ ਬੇਅਦਬੀ ਮਸਲੇ ਦੇ ਉੱਤੇ ਵੀ ਅਕਾਲੀ ਦਲ ਨੇ ਵੱਖਰੀ ਆਪਣਾ ਡਫਰੀ ਵਜਾਈ, ਇਹਦੇ ਉੱਤੇ ਵੀ ਡਫਰੀ ਵਜਾਏਗਾ, ਤੇ ਫਿਰ ਜਿਹੜੀ ਕਿਸਾਨੀ ਆ ਉਹ ਆਖਰ ਕਿਹੜੇ ਪਾਸੇ ਜਾਏਗੀ? ਕਿਉਂਕਿ ਮੈਨੂੰ ਤਾਂ ਇਸ ਕਰਕੇ ਮੈਂ ਸਵਾਲ ਕਰ ਰਿਹਾ ਕਿ 20 ਜੁਲਾਈ ਨੂੰ ਕਿਸਾਨ ਜਿਹੜੇ ਨੇ ਉਹਨਾਂ ਨੇ ਇੱਕ ਸੱਦਾ ਦਿੱਤਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਸੜਕਾਂ ਤੇ ਖੜੇ ਕਰਕੇ ਜਾਮ ਲਾਉਣਾ ਜੀ। ਕਰਨ ਕੀ ਹੋਰ ਹੈ, ਮਰਦਾ ਕੀ ਨਹੀਂ ਕਰਦਾ? ਦੇਖੋ ਗੱਲ ਤੇ ਫਿਰ ਆ ਕਿ ਇਹਨੂੰ ਕਹਿੰਦੇ ਨੇ ਲੋਕ ਰੋਹ। ਕਿੰਨੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਜੀ, ਉਹ ਧਿਰਾਂ ਜਿਹੜੀਆਂ ਧਿਰਾਂ ਸੰਘਰਸ਼ ਦੇ ਨਾਂ ਤੇ ਮੁੱਲ ਵੱਟਦੀਆਂ ਉਹਨਾਂ ਨੂੰ ਛੱਡ ਲਈਏ ਜੀ, ਜਿਹੜੀਆਂ ਆਪਣੇ ਤੇ ਪਰਚੇ ਕਰਵਾਉਂਦੀਆਂ, ਹਾਂ, ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਆ ਜੀ, ਉਹ ਲੋਕ ਆਪਣੇ ਲੋਕਾਂ ਲਈ ਲੜਦੇ ਪਏ ਆ। ਬਿਲਕੁਲ। ਕੱਲ ਵੀ ਇੱਕ ਬਾਬਾ ਚੜ੍ਹਾਈ ਕਰ ਗਿਆ, ਉਹ ਅਗਰਾਹਾਂ ਦਲ ਨਾਲ ਸੀ ਸੰਬੰਧਿਤ। ਅੱਜ ਖਬਰਾਂ ਫਲੈਸ਼ ਹੋਈਆਂ, ਕੱਲ ਅਸੀਂ ਗੱਲ ਵੀ ਕੀਤੀ ਸੀ ਕਿ ਬੰਦਾ ਅੰਦੋਲਨ ਕਰਦਾ ਚੜ੍ਹਾਈ ਕਰ ਗਿਆ, ਖੁਦਕੁਸ਼ੀ ਕਰ ਗਿਆ ਜੀ। ਮੈਨੂੰ ਦੱਸੋ ਜੀਵਨ ਕਿੰਨਾ ਸਸਤਾ ਹੋ ਗਿਆ, ਜ਼ਿੰਦਗੀ ਕਿੰਨੀ ਬੇਅਰਥ ਹੋ ਗਈ, ਬੇਹੀਣੀ ਹੋ ਗਈ। ਹੁਣ ਸਵਾਲ ਤਾਂ ਇਹ ਆ, ਉਹ ਬਾਬਾ ਮਰ ਗਿਆ, ਉਹ ਬਾਬੇ ਦਾ ਕੋਈ ਜਵਾਬ ਦੇਊਗਾ?
ਕਿਸੇ ਅਜੇ ਤੱਕ ਕੋਈ ਸਰਕਾਰੀ ਜਿਹੜੀ ਆ ਸਰਕਾਰੀ ਬਿਆਨ ਕੋਈ ਸਾਹਮਣੇ ਨਹੀਂ ਆਇਆ, ਅਜੇ ਤੱਕ ਨਹੀਂ ਹੈਗਾ। ਲੇਕਿਨ ਦੋਸਤੋ, ਮਰਨਾ ਛੱਡੋ ਤੇ ਮਰਨ ਦੀ ਸੋਚ ਵੀ ਛੱਡੋ, ਜੀਣ ਦੀ ਸੋਚੋ, ਹਾਂ, ਯੁੱਧ ਲੜਨ ਦੀ ਸੋਚੋ। ਬਿਲਕੁਲ। ਜੇ ਮਰਨਾ ਹੀ ਆ ਤੇ ਲੜ ਕੇ ਮਰੋ ਯਾਰ, ਠੀਕ ਹੈ ਨਾ, ਅੰਦੋਲਨ ਕਰੋ, ਨਹੀਂ ਜੇ ਵਿਰੋਧ ਕੋਈ ਕਰੋ। ਮਰ ਵੀ ਗਿਆ, ਮੰਨ ਲਓ ਕੋਈ ਮਰ ਵੀ ਗਿਆ, ਤੇ ਫਿਰ ਸਰਕਾਰੀ ਪੱਧਰ ਤੇ ਇਨਸਾਨੀਅਤ ਇੰਨੀ ਕੁ ਮਰ ਚੁੱਕੀ ਆ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਬੋਲਦਾ, ਅਜੇ ਤੱਕ ਉਹ ਵੀ ਕੁਝ ਨਹੀਂ। ਉਹ ਬੋਲਣਾ ਚਾਹੁੰਦੇ ਹੋਣਗੇ, ਹਾਂ। ਲੇਕਿਨ ਉਹਨਾਂ ਤੋਂ ਪਹਿਲਾਂ ਤਾਂ ਜਿਹੜੇ ਸ਼ਰੀਕ ਸੀ ਨੰਬਰ ਬਣਾਉਣ ਵਾਲੇ, ਉਹ ਪਹੁੰਚ ਗਏ। ਹਾਂ। ਰਾਜਨੀਤੀ, ਲਾਸ਼ਾਂ ਤੇ ਰਾਜਨੀਤੀ ਇੱਥੇ ਵੀ ਇਹੋ ਹੀ ਹੋਣਾ, ਇੱਥੇ ਵੀ ਇਹੋ ਹੀ ਹੋਣਾ ਕਿ ਉਹਨਾਂ ਨੇ ਸੈਸ਼ਨ ਐਲਾਨ ਕਰ ਦੇਣਾ, ਜਿਹੜੇ ਸ਼ਰੀਕ ਨੇ ਉਹਨਾਂ ਨੇ ਪਹਿਲਾਂ ਆਪਣੀ ਦਫਲੀ ਵਜਾਉਣੀ ਸ਼ੁਰੂ ਕਰ ਦੇਣੀ ਹੈ। ਸੋ ਇਹ ਅਗਲੇ ਦਿਨਾਂ 'ਚ ਇੱਕ ਡਰਾਮਾ ਚੰਗਾ ਦੇਖਣ ਨੂੰ ਮਿਲ ਸਕਦਾ। ਕੈਪਟਨ ਅਮਰਿੰਦਰ ਸਿੰਘ ਦੀ ਸਮਝ ਠੀਕ ਹੋ ਸਕਦੀ ਹੈ, ਉਹਨਾਂ ਦੀ ਨੀਅਤ ਸਾਫ਼ ਹੋ ਸਕਦੀ ਹੈ, ਲੇਕਿਨ ਬੀਤੇ ਵਿੱਚ ਇਸ ਤਰ੍ਹਾਂ ਦੇ ਇਜਲਾਸ ਕੋਈ ਫਰੂਟਫੁਲ ਨਹੀਂ ਹੋਏ, ਇਸ ਤਰ੍ਹਾਂ ਦੀ ਲਿਪ ਸਰਵਿਸ ਦਾ ਕੋਈ ਫਾਇਦਾ ਨਹੀਂ ਹੋਇਆ। ਵੱਡੇ ਵੱਡੇ ਭਾਸ਼ਣ ਸੁਣਦਿਆਂ ਲੋਕ ਉਕਤਾ ਗਏ ਨੇ। ਹੁਣ ਤਾਂ ਉਹ ਕੁਝ ਅਮਲ ਚਾਹੁੰਦੇ ਆ, ਲੇਕਿਨ ਜਦੋਂ ਅਮਲ ਦੀ ਗੱਲ ਆਉਂਦੀ ਆ ਉਦੋਂ ਸਾਨੂੰ ਹੀਣ ਭਾਵਨਾ ਤੋਂ ਇਲਾਵਾ ਕੁਝ ਨਹੀਂ ਮਿਲਦਾ। ਆਖਰ ਪੰਜਾਬੀ ਬੇਜ਼ਮੀਰੇ ਨਹੀਂ, ਸਾਡੀ ਲੀਡਰਸ਼ਿਪ ਬੇਜ਼ਮੀਰੀ ਹੋਈ ਫਿਰਦੀ ਆ। ਯੁੱਧ ਲੜਨ ਦੇ ਵੇਲੇ ਇਹ ਘੁੰਗਣੀਆਂ ਪਾ ਲੈਂਦੇ ਮੂੰਹ ਦੇ ਵਿੱਚ, ਲੇਕਿਨ ਜਦੋਂ ਲੋੜ ਪੈਂਦੀ ਆ ਕਿ ਇਹ ਪਾਸੇ ਹੋਣ, ਉਦੋਂ ਇਹ ਵੱਡੇ ਵੱਡੇ ਭਾਸ਼ਣ ਝਾੜਦੇ ਆ। ਸੋ ਦੂਜੀ ਖਬਰ ਜਿਹੜੀ ਬੜੀ ਅਹਿਮ ਆ, ਉਹ ਗੁਰੂ ਘਰਾਂ ਨਾਲ ਸੰਬੰਧਿਤ ਆ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਲੰਗਰ ਦਾ ਘੁਟਾਲਾ ਹੁੰਦਾ ਜੀ, ਸਬਜ਼ੀਆਂ ਦੀ ਖਰੀਦ ਦਾ ਮਸਲਾ ਹੁੰਦਾ ਜੀ ਜੀ, ਉਹ ਜਦੋਂ ਜਗਜਾਰ ਹੁੰਦਾ ਤੇ ਸ਼ਰਮ ਆਉਂਦੀ। ਜਿਹੜੀਆਂ ਵੀ ਤਰ੍ਹਾਂ ਉਹਦੇ ਵਿੱਚ ਮੈਨੂੰ ਨਹੀਂ ਪਤਾ ਕੌਣ ਹੈ, ਕੌਣ ਮੈਨੇਜਰ ਨੇ, ਕੌਣ ਕਿੱਥੋਂ ਦੇ ਨੇ, ਇੰਸਪੈਕਟਰ ਨੇ, ਸਟੋਰ ਕੀਪਰ ਨੇ, ਲੇਕਿਨ ਸਰਦਾਰ ਸਾਹਿਬ ਕੁੱਲ ਮਿਲਾ ਕੇ ਇਹ ਚੀਜ਼ਾਂ ਆਮ ਬੰਦੇ ਦੀ ਰੂਹ ਨੂੰ ਝੰਜੋੜਦੀਆਂ ਨੇ ਕਿ ਜਿੱਥੇ ਤੁਸੀਂ ਆਸਥਾ ਨਾਲ 10-20 ਰੁਪਏ ਮੱਥਾ ਟੇਕ ਦਿਓ, ਅਰਦਾਸ ਕਰ ਦਿਓ, ਆਪਣੇ ਲਈ ਖੁਸ਼ੀਆਂ ਹਾਸਲ ਕਰਦੇ ਹੋ, ਮਨ ਦੀ ਤਸੱਲੀ ਲੈਂਦੇ ਹੋ, ਸ਼ੁਕਰਾਨਾ ਕਰਨ ਜਾਂਦੇ ਹੋ, ਉਸ ਜਗ੍ਹਾ ਦੇ ਉੱਤੇ ਤੁਹਾਡੀ ਸ਼ਰਧਾ ਦਾ ਮੁੱਲ ਵਟਿਆ ਜਾਵੇ, ਉਸ ਜਗ੍ਹਾ ਤੁਹਾਡੀ ਸ਼ਰਧਾ ਨਾਲ ਛੇੜਛਾੜ ਹੋਵੇ, ਕਰਪਸ਼ਨ ਦੇ ਰੂਪ ਦੇ ਵਿੱਚ ਚਲੀ ਜਾਵੇ। ਇਹ ਬੜੀ ਮੰਦਭਾਵਨਾ, ਮੰਦਭਾਗੀ ਗੱਲ ਆ। ਕੌਮ ਦੇ ਵਿੱਚ ਸਿੱਖ ਕੌਮ ਜਿਹੜੀ ਸਿਧਾਂਤਕ ਕੌਮ ਹੈ, ਜਿਹੜੀ ਕੌਮ ਇੱਕ ਸ਼ਬਦ ਤੇ ਖੜੀ ਹੈ, ਜਿਹਦਾ ਖਾਸਾ ਇਤਿਹਾਸਕ ਹੈ, ਪਹਿਲੂ ਬੜੇ ਵੱਖਰੇ ਵਿਸ਼ਾਲ ਨੇ, ਉਹਦੇ ਲੋਕ ਇੰਨੇ ਹੀਣੇ ਹੋ ਜਾਣ, ਇਹ ਸ਼ਰਮ ਦੀ ਗੱਲ ਆ। ਮੈਨੂੰ ਲੱਗਦਾ ਹੈ ਕਿ ਇਹਦੀ ਚੰਨੀ ਨਖੇਦੀ ਕੀਤੀ ਜਾਵੇ, ਕਰਨੀ ਬਣਦੀ ਹੈ, ਲੇਕਿਨ ਇਹ ਸਿਰਫ ਤੇ ਸਿਰਫ ਸਸਪੈਂਡ ਕਰਕੇ ਨਹੀਂ ਸਾਰਿਆ ਜਾਣਾ ਚਾਹੀਦਾ। ਪੁਲਿਸ ਦੇ ਵਿੱਚ ਕੁਝ ਕੇਸ ਹੁੰਦੇ ਆ ਜਿਹਦੇ ਵਿੱਚ ਲੋਕਾਂ ਨੂੰ ਬਰਖਾਸਤ ਕਰਕੇ ਘਰ ਤੋਰਤਾ ਜਾਂਦਾ। ਨਹੀਂ ਠੀਕ ਹੈ, ਦੇਖੋ ਮੇਰੀ ਗੱਲ ਸੁਣੋ, ਬੜਾ ਸਾਫ਼ ਹੈ ਕਿ ਤੁਸੀਂ ਇਹ ਗੱਲ ਮੰਨ ਰਹੇ ਹੋ ਜੀ, ਤੁਹਾਡੇ ਕੋਲ ਦਸਤਾਵੇਜ਼ ਆ ਚੁੱਕੇ ਨੇ, 3 ਮਹੀਨੇ ਸਾਰਾ ਕੁਝ ਹੁੰਦਾ ਰਿਹਾ ਜੀ, ਤੁਸੀਂ 3 ਮਹੀਨੇ ਬਾਅਦ ਇੱਕ ਜਾਂਚ ਕੀਤੀ ਔਰ ਜਾਂਚ ਕਰਕੇ ਤੁਸੀਂ ਕਹਿਤਾ ਜੀ ਬਾਰ-ਬਾਰ ਕਿ ਅੰਮ੍ਰਿਤਸਰ ਰਿਪੋਰਟ ਚਲੇ ਗਈ ਹੈ ਜੀ, ਲੇਕਿਨ ਜੋ ਅਖੀਰ ਤੇ ਕੀ ਹੋਇਆ, ਅਖੀਰ ਤੇ ਜਿਹੜਾ ਸਭ ਤੋਂ ਖਤਰਨਾਕ ਸੀ ਕਿ ਲੋਕਾਂ ਨੇ ਸੁਖਬੀਰ ਬਾਦਲ ਦੇ ਨਾਂ ਤੇ ਰੁੱਕੇ ਭੇਜਣੇ ਸ਼ੁਰੂ ਕਰਤੇ ਸੋਸ਼ਲ ਮੀਡੀਆ ਤੇ। ਕਾਹਦੇ? ਕਿ ਜੀ ਇਹ ਪੈਸਾ ਕੱਲੇ ਇਹ ਨਹੀਂ ਖਾ ਗਏ, ਇਹ ਪੈਸਾ ਤੇ ਉੱਤੇ ਵੱਡਿਆਂ ਨੇ ਖਾ ਲਿਆ ਜੀ, ਸਿੱਧਾ ਨਿਸ਼ਾਨਾ ਜਿਹੜਾ ਸੀ ਉੱਪਰ ਤੱਕ ਗਿਆ ਜੀ। ਜਦੋਂ ਦੇਖਿਆ ਕਿ ਅੱਗ ਆਪਣੇ ਵੱਲ ਆਉਣ ਲੱਗੀ ਆ ਤੇ ਫਿਰ ਇਹ ਬੰਦੇ ਸਸਪੈਂਡ ਕਰ ਦਿੱਤੇ। ਨਹੀਂ ਪਰ ਜੇ ਦੇਖੋ, ਮੈਂ ਸ਼੍ਰੋਮਣੀ ਕਮੇਟੀ ਦਾ ਹਿੱਸਾ ਰਿਹਾ, ਸ਼੍ਰੋਮਣੀ ਕਮੇਟੀ ਦਾ ਤੁਸੀਂ ਇਤਿਹਾਸ ਖੋਲੋ ਜੀ, ਉੱਥੇ ਕਹਾਵਤ ਹੈ, ਕਹਿੰਦੇ ਇਹ ਕੌਣ ਆ, ਕਹਿੰਦੇ ਜੀ ਇਹ ਇੰਸਪੈਕਸ਼ਨ ਬ੍ਰਾਂਚ ਦਾ, ਕਹਿੰਦਾ ਕਿੰਨੀ ਕੁ ਵਾਰੀ ਸਸਪੈਂਡ ਹੋਇਆ, ਕਿਉਂਕਿ ਜਿਸ ਬੰਦੇ ਨੇ ਬਿੱਲ ਤਸਦੀਕ ਕਰਨਾ ਕੋਈ ਕਿ ਭਾਵੇਂ ਮੈਨੇਜਰ ਨੇ ਗਲਤ ਕੀਤਾ, ਜਿਹੜਾ ਤਸਦੀਕ ਕਰਾ ਉਹ ਵੀ ਵਿੱਚੇ ਗੁਨਾਹਗਾਰ ਹੋ ਗਿਆ ਜੀ। ਕਹਿੰਦੇ ਜੀ 2 ਵਾਰੀ ਹੋਇਆ, ਚਲੋ ਕਹਿੰਦਾ ਫਿਰ ਤੇ ਕੁਆਲੀਫਾਈ ਕਰਤਾ। ਹੁਣ ਤੁਸੀਂ ਜਿਸ ਗੁਰਦੁਆਰਾ ਇੰਸਪੈਕਟਰ ਨੇ ਸਿਰਫ ਇੱਕ ਰਸਮ ਨਿਭਾਈ ਆ ਉਹ ਵੀ ਸਸਪੈਂਡ ਹੈ, ਇੱਕ ਮੈਨੇਜਰ ਆ ਉਹ ਵੀ ਸਸਪੈਂਡ ਹੈ, ਲੇਕਿਨ ਜਿਹੜੇ ਜਾਣਕਾਰ ਨੇ ਅਨੰਦਪੁਰ ਸਾਹਿਬ ਦੇ ਉਹ ਕਹਿੰਦੇ ਸਾਨੂੰ ਇਹ ਦੱਸੋ ਵੀ ਇੱਥੇ ਆ ਕੇ ਕਿਹੜਾ ਮੈਨੇਜਰ ਸਤਿਕਾਰ ਲੈ ਕੇ ਗਿਆ। ਇਹਦਾ ਮਤਲਬ ਤੁਹਾਡੀ ਇੱਕ ਪ੍ਰਵਿਰਤੀ ਬਣ ਚੁੱਕੀ ਹੈ ਜੀ, ਕਿਉਂਕਿ ਤੁਹਾਡੇ ਉੱਤੇ ਸਿਆਸਤ ਦਾ ਡੰਡਾ ਹਾਵੀ ਆ ਜੀ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਰੋਨਾ ਨੂੰ ਲੈ ਕੇ ਲੰਗਰ ਬਾਹਰਲੇ ਪ੍ਰਵਾਸੀਆਂ ਨੂੰ, ਦੂਸਰੀਆਂ ਲੋਕਾਂ ਨੂੰ ਛਕਾਇਆ ਗਿਆ ਤੇ ਉਸ ਵੇਲੇ ਆਵਾਜ਼ਾਂ ਆਈਆਂ ਸੀ ਕਿ ਸਭ ਤੋਂ ਜ਼ਿਆਦਾ ਇਸ ਲੰਗਰ ਦਾ ਸਿਆਸੀ ਲਾਹਾ ਲਿਆ ਜਾ ਰਿਹਾ ਜੀ। ਉਦੋਂ ਵੀ ਅਖਬਾਰਾਂ ਨੇ ਲਿਖਿਆ ਸੀ ਕਿ ਆਨੰਦਪੁਰ ਸਾਹਿਬ ਤੋਂ ਲੰਗਰ ਜਿਹੜਾ ਨਵੇਂ ਸ਼ਹਿਰ ਤੱਕ ਆ ਰਿਹਾ ਜੀ। ਇਹਦਾ ਮਤਲਬ ਕਿ ਜਿਹੜੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਜਿਹੜੇ ਬਿਲਕੁਲ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਸਿਆਸਤ 'ਚ ਗੜੁੱਚ ਨੇ, ਜਦੋਂ ਉਹਨਾਂ ਨੇ ਸਭ ਕੁਝ ਕਰ ਲਿਆ ਤੇ ਕਿਸੇ ਦੀ ਨਿਗਾਹ ਹੀ ਨਹੀਂ ਗਈ। ਨਹੀਂ ਅਸੀਂ ਤੇ ਫਲ ਖਾਂਦੇ ਨਹੀਂ ਜੀ, ਤੇ ਫਿਰ ਲੰਗਰ ਦੇ 'ਚ ਫਲਾਂ ਦੇ ਬਿੱਲ ਅਸੀਂ ਕਿਉਂ ਤਸਦੀਕ ਕਰ ਰਹੇ ਹਾਂ? ਸਰਦਾਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਅਸੀਂ ਕਿਸੇ ਵੀ ਇੱਕ ਬੰਦੇ ਨੂੰ ਦੋਸ਼ ਨਹੀਂ ਦਿੰਦੇ। ਹਾਂ,
ਕੌਣ ਤੁਸੀਂ ਜਿਹੜੀ ਉੱਪਰ ਤੱਕ ਦੀ ਗੱਲ ਕੀਤੀ ਆ, ਮੈਂ ਉਹਦੇ ਨਾਲ ਸਹਿਮਤ ਨਹੀਂ। ਮੇਰਾ ਮੰਨਣਾ ਹੈ ਕਿ ਜਿਹੜਾ ਸਭ ਤੋਂ ਥੱਲੇ ਵਾਲਾ ਬੰਦਾ ਹੈ ਜੀ, ਜਿਹੜਾ ਇਹ ਕਰ ਰਿਹਾ, ਜ਼ਿੰਮੇਵਾਰ ਉਹ ਆ ਜੀ। ਜੇਕਰ ਕੋਈ ਉੱਪਰ ਤੋਂ ਸਿਰੇ ਦਾ, ਭਾਵੇਂ ਉਹ ਕੋਈ ਸਭ ਤੋਂ ਉੱਪਰਲਾ ਅਧਿਕਾਰੀ ਹੈ ਜੀ। ਜਾਂ ਪੋਲੀਟੀਕਲ ਬੰਦਾ ਹੈ, ਜੇ ਤੇ ਉਹ ਆਪਣੇ ਹੱਥ ਨਾ ਕਰ ਰਿਹਾ, ਹਾਂ, ਉਹਦੀ ਜ਼ਿੰਮੇਵਾਰੀ ਹੈ। ਨਹੀਂ ਤੇ ਜਿਹੜਾ ਮੈਨੇਜਰ ਜਾਂ ਥੱਲੇ ਸਭ ਤੋਂ ਛੋਟੇ ਲੈਵਲ ਦਾ ਜੀ। ਬੰਦਾ, ਜਦੋਂ ਉਹ ਕਰ ਰਿਹਾ, ਮੈਂ ਤਾਂ ਇੱਕ ਆਮ ਇਨਸਾਨ ਦੀ ਪ੍ਰਵਿਰਤੀ ਦੀ ਗੱਲ ਕਰਦਾ। ਹਾਂ। ਤੁਸੀਂ ਜਾਂ ਮੈਂ ਜਾਂ ਕੋਈ ABC, ਜਦੋਂ ਉਹ ਛੋਟੀ ਜਿਹੀ ਵੀ ਉਕਾਈ ਕਰਦਾ, ਹਾਂ, ਜ਼ਿੰਮੇਵਾਰੀ ਉਹਦੀ ਹੈ। ਜੀ। ਜੇ ਉਹ 5 ਰੁਪਏ ਦੀ ਵੀ ਹੇਰਾਫੇਰੀ ਕਰਦਾ ਹੈ, ਭਾਵੇਂ ਉਹ 1 ਰੁਪਈਆ ਉੱਤੇ ਦੇ ਆਉਂਦਾ, 2 ਦੇ ਆਉਂਦਾ, ਉਹ ਜ਼ਿੰਮੇਵਾਰੀ ਉਹਦੀ ਆ। ਜੀ। ਠੀਕ ਹੈ ਜੀ। ਅੱਜ ਦੇ ਦਿਨ 'ਚ ਕੋਈ ਕਿਸੇ ਨੂੰ ਬਾਂਹ ਮਰੋੜ ਕੇ ਨਹੀਂ ਕਹਿ ਸਕਦਾ ਪੈਸੇ ਦੇ। ਜਦੋਂ ਕਿਸੇ ਨੂੰ ਕਿਹਾ ਜਾ ਰਿਹਾ, ਜੀ। ਤੁਸੀਂ ਰਿਵੋਲਟ ਕਰੋ, ਜੀ। ਤੁਸੀਂ ਥੱਲਿਓਂ ਕਹੋ ਕਿ ਸਾਡੇ ਕੋਲ ਮੰਗੇ ਜਾ ਰਹੇ। ਜੀ, ਤੁਸੀਂ ਜੇ ਮੁਲਵਸ ਹੋ, ਸ਼ਾਮਲ ਹੋ, ਤੇ ਜ਼ਿੰਮੇਵਾਰ ਤੁਸੀਂ ਹੋ। ਬਿਲਕੁਲ। ਸਭ ਤੋਂ ਵੱਡਾ ਸਵਾਲ ਹੈ ਕਿ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਰਹੇ ਲੋਕ ਇਹ ਸੋਚ ਵੀ ਕਿਵੇਂ ਸਕਣ। ਗੱਲ ਧਾਰਮਿਕ ਆ, ਗੱਲ ਪੋਲੀਟੀਕਲ ਨਹੀਂ। ਇਹਨੂੰ ਐਨਾਲਾਈਜ਼ ਇਸ ਤਰੀਕੇ ਨਾਲ ਨਹੀਂ ਅਸੀਂ ਕਰ ਰਹੇ। ਇਲਜ਼ਾਮ ਲਾਉਣ ਨੂੰ ਬਹੁਤ ਆਸਾਨ ਹੈ, ਸਾਰੇ ਚੈਨਲ ਚੀਕ ਕੇ ਕਹਿੰਦੇ ਆ, ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਗੁਰੂ ਘਰਾਂ ਨੂੰ, ਤਖਤ ਸਾਹਿਬਾਨਾਂ ਨੂੰ, ਵੱਡੀਆਂ ਸੰਸਥਾਵਾਂ ਨੂੰ ਨਹੀਂ ਕੋਸਣਾ। ਕਾਰਨ ਇਹ ਹੈ ਕਿ ਉਹ ਪਿੱਛੇ ਵੱਡੀਆਂ ਰਵਾਇਤਾਂ ਨਾਲ ਲੈਸ ਨੇ, ਉਹਨਾਂ ਦੇ ਸਿਧਾਂਤ ਬੜੇ ਵੱਡੇ ਆ। ਬੰਦੇ, ਵਿਅਕਤੀ ਵਿਸ਼ੇਸ਼ ਕਿਸੇ ਵੇਲੇ ਗਲਤ ਹੋ ਜਾਂਦੇ ਆ। ਸੰਸਥਾਵਾਂ ਨੂੰ ਸਿੱਧਾ ਅਟੈਕ ਨਹੀਂ ਕਰਨਾ ਬਣਦਾ ਕਿਸੇ ਨੂੰ ਵੀ। ਸਵਾਲ ਇਹ ਹੈ ਕਿ ਜਿਹੜੇ ਬੰਦੇ ਥੱਲਿਓਂ ਕਰ ਰਹੇ ਆ ਜੀ, ਜਾਂ ਸਭ ਤੋਂ ਉੱਤੇ ਵਾਲੇ ਕਰ ਰਹੇ ਆ, ਉਹ ਦੋਨੇ ਹੈ ਤਾਂ ਇਨਸਾਨ, ਉਹ ਕਿਸੇ ਧਰਮ ਵਿਸ਼ੇਸ਼ ਦਾ ਹਿੱਸਾ ਨੇ। ਉਹਨਾਂ ਦੀ ਜ਼ਮੀਰ ਨਾਂ ਦੀ ਕੋਈ ਚੀਜ਼ ਆ, ਉਹਨਾਂ ਨੇ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਰੱਖਿਆ ਹੋਊਗਾ। ਕਿਤੇ ਜਾ ਕੇ ਤੇ ਉਹ ਸਿਰ ਨਵਾਉਂਦੇ ਹੋਣਗੇ, ਕਿਤੇ ਜਾ ਕੇ ਤੇ ਉਹਨਾਂ ਦੀ ਜ਼ਮੀਰ ਜਾਗਦੀ ਹੋਊਗੀ। ਸੋ ਸਭ ਤੋਂ ਵੱਡਾ ਰੌਲਾ ਇਹ ਆ ਕਿ ਜਦੋਂ ਤੁਸੀਂ ਵਿਕਸਿਤ ਸਿਸਟਮ ਦੇ ਵਿੱਚ ਜਾਂਦੇ ਹੋ ਤੇ ਉਹ ਲੋਕ, ਇਮਾਨਦਾਰੀ ਦਾ ਮਤਲਬ ਇਮਾਨਦਾਰੀ ਹੈ, ਇਮਾਨਦਾਰੀ ਦਾ ਟੈਗ ਕੋਈ ਨਹੀਂ। ਜੀ, ਉਹ ਨਫ਼ਰਤ ਕਰਦੇ ਆ, ਜਿਹੜਾ ਕਰਪਟ ਹੈ ਜੀ। ਉਹ ਨਫ਼ਰਤ ਕਰਦੇ ਆ। ਉਹ ਕਿਸੇ ਨੂੰ ਕਿਸੇ ਤੇ ਇਲਜ਼ਾਮ ਆ ਜਾਏ ਤੇ ਉਹਦੇ ਵੱਲ ਭੈੜੀਆਂ ਨਜ਼ਰਾਂ ਨਾਲ ਤੱਕਦੇ ਆ ਜੀ। ਵੀ ਇਹ ਚੋਰ ਹੈ। ਜਦੋਂ ਤੁਸੀਂ, ਜਦ ਤੱਕ ਤੇ ਤੁਸੀਂ ਮੁਲਾਜ਼ਮਾਂ ਤੱਕ ਸੀਮਤ ਰਹਿੰਦੇ ਹੋ, ਜੀ, ਮੁਲਾਜ਼ਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4:30 ਤੱਕ ਇਮਾਨਦਾਰੀ ਨਾਲ ਡਿਊਟੀ ਕਰਨੀ ਪਾਬੰਦ ਹੈ, ਔਰ ਮੁਲਾਜ਼ਮ ਕਰਦੇ ਵੀ ਨੇ, ਕਰਨੀ ਚਾਹੀਦੀ। ਕਰਦੇ ਵੀ ਨੇ, ਹੂੰ, ਕਰਦੇ ਵੀ ਨੇ। ਲੇਕਿਨ ਜਦੋਂ ਤੁਸੀਂ ਨਿਜ਼ਾਮ ਦਾ ਸਿਆਸੀਕਰਨ ਕਰ ਦਿੰਦੇ ਹੋ, ਤੇ ਫਿਰ ਤਸਵੀਰ ਜਿਹੜੀ ਆ ਤੁਹਾਨੂੰ ਵੱਖ ਪਹਿਲੂ ਤੋਂ ਦੇਖਣੀ ਬਣਦੀ। ਬਿਲਕੁਲ। ਜਦੋਂ ਮੈਂਬਰ ਆਪਣੀ ਮਰਜ਼ੀ ਦੇ ਲੋਕਾਂ ਨੂੰ ਪੋਸਟਾਂ ਤੇ ਲਾਉਂਦੇ ਨੇ, ਜੀ। ਸਾਡੇ ਸਾਹਮਣੇ ਬਹੁਤ ਸਾਰੇ ਮੁਲਾਜ਼ਮ ਐਸੇ ਨੇ ਜਿਹੜੇ ਸੀਨੀਅਰ ਨੇ, ਜੀ, ਉਹਨਾਂ ਦੀ ਯੋਗਤਾ ਵੀ ਸਹੀ ਹੈ, ਲੇਕਿਨ ਉਹਨਾਂ ਨੂੰ ਖੁੱਡੇ ਲੈਣ ਲਾਇਆ ਜਾਂਦਾ, ਜੀ। ਕਿਉਂਕਿ ਉਹਨਾਂ ਦੀ ਕੋਈ ਸਿਆਸੀ ਪਹੁੰਚ ਨਹੀਂ ਹੈ। ਤੁਸੀਂ ਦੇਖੋ, ਆ ਵੀ ਤੁਹਾਡੇ ਸਾਹਮਣੇ ਮੁੱਦਾ ਆਉਣਾ ਆ, ਜੀ। ਤੁਹਾਡੇ ਸਾਹਮਣੇ ਮੁੱਦਾ ਆਉਣਾ ਹੈ। ਕੁਝ ਸਮੇਂ ਬਾਅਦ ਤੁਹਾਨੂੰ ਇਹ ਆਵਾਜ਼ ਨਿਕਲਣੀ ਬੰਦ ਹੋ ਜਾਣੀ। ਮੁਸ਼ਕਲ ਇਹੀ ਹੈ ਕਿ ਮਸਲਾ ਆਉਂਦਾ ਹਾਂ। ਫਿਰ ਅਲੋਪ ਹੋ ਜਾਂਦਾ, ਫਿਰ ਅਲੋਪ ਹੋ ਜਾਂਦਾ। ਜੇ ਮਿਸਾਲੀ ਸਜ਼ਾਵਾਂ ਦਿੱਤੀਆਂ ਹੋਣ, ਹਾਂ। ਜ਼ਿੰਮੇਵਾਰੀਆਂ ਫਿਕਸ ਹੋਣ, ਬਿਲਕੁਲ, ਔਰ ਉਹਨਾਂ ਲੋਕਾਂ ਦਾ ਦੁਬਾਰਾ ਸਿਸਟਮ 'ਚ ਦਾਖਲਾ ਬੰਦ ਕੀਤਾ ਜਾਵੇ, ਤੇ ਫਿਰ ਤਾਂ ਪਤਾ ਲੱਗੇ। ਬਿਲਕੁਲ। ਨਹੀਂ ਤਾਂ ਇਸ ਤਰ੍ਹਾਂ ਦੀਆਂ ਚੋਰ ਮੋਰੀਆਂ ਤੇ ਲੀਕੇਜ ਨੂੰ ਰੋਕਣਾ ਔਖਾ ਹੈ। ਜੀ। ਪਿੱਛੇ ਇੱਕ ਵਾਰੀ ਸਾਡੇ ਕੋਲ ਮੁੱਖ ਸਕੱਤਰ ਰੂਪ ਸਿੰਘ ਹੋਰੀ ਆਏ, ਜੀ, ਡਾਕਟਰ ਰੂਪ ਸਿੰਘ ਜੀ, ਜੀ, ਉਹ ਕਹਿਣ ਲੱਗੇ, ਕਹਿੰਦੇ ਜੀ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਭ੍ਰਿਸ਼ਟਾਚਾਰ ਬਿਲਕੁਲ ਨਹੀਂ। ਜੀ। ਇਹ ਉਹਨਾਂ ਦੇ ਭਾਸ਼ਾ ਹੈ ਕਿ ਇਹ ਵੈਰੀ ਕਰਦਾ ਮੈਨ ਟੂ ਮੈਨ। ਜੀ। ਜੇ ਤੁਸੀਂ ਕਹੋ ਕਿ ਕੰਮ ਕਰਦਿਆਂ ਸਾਰੇ ਬਹੁਤ ਇਮਾਨਦਾਰ ਹੈ, ਹਾਂ। ਲੇਕਿਨ ਇਹ ਸੁਸਾਇਟੀ ਚੋਂ ਆਉਣ ਵਾਲੇ ਲੋਕ, ਜੀ। ਕੀ ਜਿਹੜੇ ਲੋਕ ਸਾਡੇ ਕੋਲ ਇਸ ਤਰ੍ਹਾਂ ਦੇ ਘਪਲਿਆਂ 'ਚ ਮੁਲਵਸ ਪਾਏ ਜਾਂਦੇ, ਸ਼ਾਮਲ ਪਾਏ ਜਾਂਦੇ ਆ, ਅਸੀਂ ਉਹਨਾਂ ਨੂੰ ਸਿਸਟਮ ਤੋਂ ਬਾਹਰ ਚੱਕ ਕੇ ਸੁੱਟ ਸਕਦੇ ਹਾਂ? ਬਿਲਕੁਲ। ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਵੀ ਬੰਦਾ ਕਿਸੇ ਵੀ ਪੱਧਰ ਤੇ ਇੱਕ ਵਾਰੀ ਵੀ ਇਸ ਤਰ੍ਹਾਂ ਦੇ ਝਮੇਲੇ 'ਚ ਪਾਇਆ ਜਾਂਦਾ, ਜੀ। ਉਹਨੂੰ ਤੁਸੀਂ ਲਾਗੇ ਨੇੜੇ ਵੀ ਨਾ ਲੱਗਣ ਦਿਓ। ਹਾਂ। ਤੁਸੀਂ ਆਪਣੇ ਅੰਤਰਿੰਗ ਕਮੇਟੀ ਜਾਂ ਜਨਰਲ ਇਜਲਾਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਤਾ ਲਿਆਓ। ਜੀ। ਤੁਸੀਂ ਆਪਣੇ ਜਿਹੜੇ ਤੁਹਾਡੇ ਰੂਲ ਐਂਡ ਰੈਗੂਲੇਸ਼ਨਸ ਉਹਦੇ ਵਿੱਚ ਸੋਧ ਕਰ ਲਓ ਜੇ ਬਿਲਕੁਲ। ਲੋੜ ਆ। ਤੁਸੀਂ ਇਹ ਵੀ ਕਰ ਸਕਦੇ ਹੋ ਕਿ ਕੋਰਟਾਂ ਕਚਹਿਰੀਆਂ ਦਖਲ ਹੀ ਨਾ ਦੇ ਸਕਣ। ਜੀ। ਤੁਸੀਂ ਕਰਪਸ਼ਨ ਵਰਗੀ ਚੀਜ਼ ਆਸਥਾ ਦੇ ਨਾਂ ਤੇ ਪੂਰੀ ਤਰ੍ਹਾਂ ਤੁਸੀਂ ਕੋਰਟ ਦਾ ਜਿਹੜੇ ਤੁਹਾਡੇ ਲੀਗਲ ਐਡਵਾਈਜ਼ਰ ਹੈ ਉਹਨਾਂ ਨੂੰ ਕਹੋ ਤੁਸੀਂ ਕੋਰਟਾਂ ਤੋਂ ਪਹਿਲਾਂ ਅਪਰੋਚ ਕਰ। ਦੇਖੋ, ਤੁਹਾਨੂੰ ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਐਕਟ ਦੇ ਥੱਲੇ ਹੈ, ਸਿੱਖ ਗੁਰਦੁਆਰਾ ਐਕਟ 1925, ਜੀ, ਉਹਦੇ 'ਚ ਉਹਦੀ ਗੱਲ ਕਰਕੇ, ਉਹਦੇ ਤਹਿਤ ਜਿਹੜਾ ਸਰਵਿਸ ਰੂਲ ਆ ਉਹਦੀ ਉਦਾਹਰਨ ਦੇ ਕੇ ਤੁਸੀਂ ਕਿਸੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਦੇ ਨਾਲ ਗੱਲ ਕਰੋ ਕਿ ਆਹ ਗਲਤ ਹੋ ਗਿਆ। ਜੀ। ਉਹਦਾ ਜਵਾਬ ਕੀ ਹੁੰਦਾ ਕਿ ਇਹ ਪ੍ਰਧਾਨ ਸਾਹਿਬ ਦੇ ਹੁਕਮਾਂ ਨਾਲ ਹੋਇਆ, ਅੱਛਾ, ਐਗਜੈਕਟਿਵ ਨੇ ਪਾਸ ਕੀਤਾ, ਅਸੀਂ ਕੁਝ ਨਹੀਂ ਕਰ ਸਕਦੇ। ਜੀ। ਉੱਥੇ ਅਫਸਰਸ਼ਾਹੀ ਜਿਹੜੀ ਆ ਉਹ ਬਿਲਕੁਲ ਨਿਹੱਥੀ ਆ, ਇਹ ਗੱਲ ਮੰਨਣੀ ਪਏਗੀ।
ਜਦੋਂ ਵੀ ਕਿਤੇ ਗੱਲ ਕਰੋ ਤੁਸੀਂ ਕਰਕੇ ਦੇਖੋ, ਕਿਉਂਕਿ ਇਹ ਬਹੁਤ ਸਾਰੇ ਕੇਸ ਨੇ। 1988 ਦੇ ਵਿੱਚ ਮੈਂ ਅੱਜ ਗੱਲ ਕਰਨ ਲੱਗਾ, ਸ਼੍ਰੋਮਣੀ ਕਮੇਟੀ ਦੇ ਜਨਰਲ ਅਜਲਾਸ ਨੇ ਇੱਕ ਫੈਸਲਾ ਲਿਆ ਜੀ ਕਿ ਆਹ ਤਿੰਨ ਅਧਿਕਾਰੀ ਬਕਾਇਦਾ ਨਾਂ ਦੇ ਨਾਲ ਮਤਾ ਆਇਆ ਕਿ ਇਹ ਤਿੰਨ ਅਧਿਕਾਰੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿੱਚ ਗ੍ਰਸਤ ਨੇ, ਜੀ ਇਹਨਾਂ ਨੂੰ ਇਸ ਪ੍ਰਬੰਧ ਚੋਂ ਬਾਹਰ ਕੀਤਾ ਜਾਂਦਾ ਹੈ। ਹੁਣ ਰੰਧਾਵਾ ਸਾਹਿਬ, ਜੇ ਉਹਨਾਂ ਤਿੰਨਾਂ ਅਧਿਕਾਰੀਆਂ ਦੇ ਨਾਂ ਲੈ ਦਿੱਤੇ ਜਾਣ, ਨਹੀਂ ਜਾਣ ਦਿਓ, ਤੁਸੀਂ ਹੈਰਾਨ ਹੋਵੋਗੇ, ਮੈਂ ਨਾਂ ਨਹੀਂ ਲੈ ਰਿਹਾ। ਉਹ ਤਿੰਨੇ ਅਧਿਕਾਰੀ ਵਾਪਸ ਆਏ ਸ਼੍ਰੋਮਣੀ ਕਮੇਟੀ 'ਚ ਜੀ, ਕਿਉਂਕਿ ਇੱਕ ਹਾਊਸ ਨੇ ਬਾਹਰ ਕੱਢਿਆ, ਦੂਜੇ ਨੇ ਬਹਾਲ ਕਰ ਲਿਆ ਪ੍ਰਧਾਨ ਸਾਹਿਬ ਦੇ। ਜੀ ਪ੍ਰਧਾਨ ਸਾਹਿਬ ਨੇ ਰਿਕਮੈਂਡ ਕੀਤਾ, ਐਗਜ਼ੈਕਟਿਵ ਨੇ ਪ੍ਰਧਾਨ ਦਾ ਹੁਕਮ ਸਹੀ ਤਸਦੀਕ ਕਰਤਾ, ਤੇ ਐਗਜ਼ੈਕਟਿਵ ਦਾ ਹੁਕਮ ਜਨਰਲ ਹਾਊਸ ਦੇ ਵਿੱਚ ਪ੍ਰਵਾਨ ਹੋ ਗਿਆ ਕਿ ਜੋ ਪ੍ਰਧਾਨ ਜੀ ਨੇ ਕੀਤਾ, ਐਗਜ਼ੈਕਟਿਵ ਨੇ ਫੈਸਲਾ ਸਹੀ ਹੈ। ਉਹ ਤਿੰਨੇ ਲੋਕ ਜਿਹੜੇ ਸੀ ਉਹ 77 ਤੱਕ ਰੈਂਕ ਤੱਕ ਅਗਾਂਹ ਗਏ। ਜੀ ਇਹ ਨਿਜ਼ਾਮ ਹੈ, ਕਿਉਂਕਿ ਇੱਕ ਪਾਸੇ ਚੁਣੇ ਹੋਏ ਲੋਕ ਨੇ ਜੀ ਜਿਹੜੇ ਐਗਜ਼ੈਕਟਿਵ ਦੇ ਵਿੱਚ ਬੈਠ ਕੇ ਜਿਹੜੇ ਮੈਂਬਰ ਨੇ ਜਿਹੜੇ ਕਰਦੇ ਨੇ। ਤੁਹਾਨੂੰ ਮੈਂ ਹੋਰ ਯਾਦ ਕਰਾ ਦਾਂ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਸਿਧਾਂਤ ਦੀ, ਜੀ 2015 ਦਾ ਜਿਹੜਾ ਬੇਅਦਬੀ ਕਾਂਡ ਹੈ ਉਹਦੇ ਬਾਰੇ ਤੁਹਾਨੂੰ ਯਾਦ ਹੈ? ਬਿਲਕੁਲ ਯਾਦ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ, ਜਿਨ੍ਹਾਂ ਦੋਸ਼ੀਆਂ ਦੇ ਖਿਲਾਫ ਅਸੀਂ ਸਜ਼ਾਵਾਂ ਦੀ ਮੰਗ ਕਰ ਰਹੇ ਹਾਂ, ਕੇਸ ਦੀ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਦਾ ਕੋਈ ਇੱਕ ਮਤਾ ਵੀ ਨਹੀਂ ਹੈ। ਅੱਛਾ। ਸ਼੍ਰੋਮਣੀ ਕਮੇਟੀ ਨੇ ਜਦੋਂ ਜਥੇਦਾਰਾਂ ਨੇ ਉਹਨੂੰ ਡੇਰਾ ਸਰਸੇ ਵਾਲੇ ਨੂੰ ਮਾਫ ਕੀਤਾ, ਉਹਦੇ ਲਈ 92,000 ਰੁਪਇਆ ਮਤਾ 92 ਲੱਖ ਖਰਚ ਦਿੱਤਾ। ਜੀ ਜੀ ਉਸ ਤੋਂ ਬਾਅਦ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਕਰ ਰਹੀ ਆਇਆ, ਸ਼੍ਰੋਮਣੀ ਕਮੇਟੀ ਕਹਿੰਦੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈ, ਅਸੀਂ ਨੂੰ ਕੋਈ ਸਹਿਯੋਗ ਨਹੀਂ ਦੇਣਾ। ਸੋ ਇਹਨਾਂ ਮਤਿਆਂ ਨੂੰ ਤੁਸੀਂ ਪ੍ਰਬੰਧਕੀ ਮਤੇ ਨਹੀਂ ਕਹਿ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣੇ ਸਕੱਤਰ ਨੇ ਸੁਝਾਅ ਦਿੱਤਾ ਜਾਂ ਥੱਲਿਓਂ ਗਿਆ। ਇਹ ਜੋ ਕੁਝ ਉੱਤੋਂ ਸਿਆਸੀ ਤੌਰ ਤੇ ਆਉਂਦਾ, ਤੇ ਜਦੋਂ ਸਾਰਾ ਕੁਝ ਹੀ ਸਿਆਸਤ ਦੇ ਵਿੱਚ ਹੈ ਤੇ ਫਿਰ ਗੱਲ ਕਿਹੜੇ ਰਹਿ ਗਈ? ਨਹੀਂ, ਫਿਰ ਆਲੋਚਨਾ ਦਾ ਸਾਹਮਣਾ ਤਾਂ ਹੀ ਕਰਨਾ ਪੈਂਦਾ ਨਾ। ਆਲੋਚਨਾ ਕਿਉਂ ਹੋ ਰਹੀ ਆ? ਇਸੇ ਕਰਕੇ ਆਲੋਚਨਾ ਇਸੇ ਕਰਕੇ ਹੋ ਰਹੀ ਹੈ। ਲੋਕ ਇਹ ਨਹੀਂ ਕਹਿ ਰਹੇ ਕਿ ਇਹ ਮੈਨੇਜਰ ਕਰਪਟ ਹੈ, ਲੋਕ ਕਹਿ ਰਹੇ ਨੇ ਕਿ ਇਹਦੇ ਤੋਂ ਪਹਿਲਾਂ ਵੀ ਸੀ। ਜੀ ਲੇਕਿਨ ਜੇ ਸਭ ਕੁਝ ਦੇਖ ਕੇ, ਅੱਖਾਂ ਮੀਟ ਕੇ ਸਭ ਕੁਝ ਪ੍ਰਵਾਨ ਕਰ ਲਿਆ ਗਿਆ, ਤੇ ਫਿਰ ਦੋਸ਼ੀ ਕੌਣ? ਕੌਣ ਕਹਿ ਰਿਹਾ ਕਿ ਅੱਖਾਂ ਮੀਟ ਲਓ? ਇਹਦੇ 'ਚ ਥੋੜੀ ਹੋਰ ਟਰਾਂਸਪੇਰੈਂਸੀ ਦੀ ਲੋੜ ਆ। ਹਾਂ। ਇਹਦੇ ਵਿੱਚ ਜ਼ਰੂਰ ਜਿੰਨੇ ਵੀ ਇਸ ਤਰ੍ਹਾਂ ਦੇ ਸਿਸਟਮ ਆ, ਉਹ ਕੁਝ ਨਾ ਕੁਝ ਫੂਲ ਪ੍ਰੂਫ ਤਰੀਕੇ ਅਪਣਾਉਣੇ ਚਾਹੀਦੇ ਆ। ਸੰਗਤ ਦਾ ਪੈਸਾ ਠੀਕ ਜਗ੍ਹਾ ਲੱਗਣਾ ਚਾਹੀਦਾ, ਲੇਕਿਨ ਇਹਦੇ ਨਾਲ ਹੀ ਜੁੜਿਆ ਮੈਂ ਕਰਪਸ਼ਨ ਵਰਗੇ ਮਸਲੇ ਹੀ ਸਾਡਾ ਸਾਰਾ ਦਿਨ ਖਾ ਜਾਂਦੇ ਆ ਆਮ ਲੋਕਾਂ ਦਾ। ਜੀ ਸੋਸ਼ਲ ਮੀਡੀਆ ਦੇਖਦੇ ਹੋ, ਵੱਖ-ਵੱਖ ਥਾਵਾਂ ਤੇ ਛੋਟੀਆਂ-ਛੋਟੀਆਂ ਚੀਜ਼ਾਂ ਵਾਪਰੀਆਂ, ਕਿਤੇ ਵੱਡੀ ਹੋ ਰਹੀ ਕਿਤੇ ਛੋਟੀ ਹੋ ਰਹੀ। ਸੋ ਜਦੋਂ ਤੁਸੀਂ ਮੈਡੀਕਲ, ਤੁਹਾਨੂੰ ਇੱਕ ਉਦਾਹਰਨ ਹੋਰ ਦੇ ਦਿੰਦਾ, ਦੇ ਦਿਓ। ਇਹ ਗੱਲ ਬੜੀ ਅੱਜ ਨਹੀਂ, ਸਾਡੇ ਤੋਂ ਪਹਿਲਾਂ ਦੀ ਹੈ। ਕਹਿੰਦੇ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਅੱਛਾ ਦਰਬਾਰ ਸਾਹਿਬ ਦੀ ਪਰਿਕਰਮਾ ਜਾ ਰਹੇ ਸੀ। ਹੁਣ ਇਹ ਗੱਲ ਕਿੱਥੋਂ ਤੱਕ ਸੱਚ ਹੈ, ਇਹ ਜਥੇਦਾਰ ਟੋੜਾ ਦੇ ਸਮਕਾਲੀ ਜਿਹੜੇ ਅੱਜ ਵੀ ਹੈਗੇ ਉਹ ਦੱਸ ਸਕਦੇ। ਚਲੋ ਮਿੱਥ ਸਮਝ ਕੇ ਸੁਣ ਲੈਂਦੇ। ਕਹਿੰਦੇ ਕਿ ਕਿਸੇ ਮਾਤਾ ਨੇ ਟੋੜਾ ਸਾਹਿਬ ਦੇ ਪੈਰਾਂ 'ਚ 5 ਰੁਪਏ ਮੱਥਾ ਟੇਕ ਦਿੱਤਾ। ਅੱਛਾ। ਆ ਬੀਬੀ ਇਹ ਕੀ ਕੀਤਾ? ਕਹਿੰਦੀ ਬਾਅਦ 'ਚ ਵੀ ਤੁਹਾਡੇ ਕੋਲ ਹੀ ਆਉਣਾ ਜੀ। ਅੱਛਾ। ਇਹ ਜਥੇਦਾਰ ਟੋੜਾ ਦੇ ਨਾਲ ਜੋੜ ਕੇ ਦੱਸੀ ਜਾਂਦੀ ਆ ਕਿ ਅੰਦਰ ਮੱਥਾ ਟੇਕੇ ਤੇ ਤਾਂ ਵੀ ਤਾਂ ਫਿਰ ਤੁਹਾਡੇ ਕੋਲ ਹੀ ਹੋ ਜਾਣਾ ਸਾਰਾ ਕੁਝ, ਕਿਉਂਕਿ ਤੁਸੀਂ ਪ੍ਰਧਾਨ ਹੋ। ਇਹ ਕੁਝ ਗੱਲਾਂ ਮਿੱਥ ਵਾਂਗ ਅੱਗੇ ਤੁਰਦੀਆਂ। ਸਰਦਾਰ ਸਾਹਿਬ ਨੇ ਹਾਸੇ ਮਜ਼ਾਕ 'ਚ ਕੀਤੀ ਗੱਲ ਆ, ਅਸੀਂ ਕਿਸੇ ਦੇ ਕਿਰਦਾਰ ਤੇ, ਕਿਸੇ ਵਿਅਕਤੀ ਵਿਸ਼ੇਸ਼ ਤੇ ਟਿੱਪਣੀ ਨਹੀਂ ਕਰਦੇ। ਘਟਨਾਵਾਂ ਵਾਪਰੀਆਂ ਨਹੀਂ ਵਾਪਰੀਆਂ, ਲੇਕਿਨ ਚੀਜ਼ਾਂ ਐਵੇਂ ਹੀ ਮੂੰਹ ਹੀ ਅੱਗੇ ਤੁਰਦੀਆਂ ਨੇ। ਸੋ ਲੇਕਿਨ ਜਦੋਂ ਅਸੀਂ ਮੈਡੀਕਲ ਕਾਲਜ ਦੇ ਵਿੱਚ ਉਹ 1 ਕਰੋੜ ਦੀ ਕਿੱਟਾਂ ਤੇ ਬਾਕੀ ਸਮਾਨ ਕਰੋਨਾ ਲਈ ਜਿਹੜਾ ਆ ਉਹਦੀ ਗੱਲ ਕਰਦੇ ਆ, ਤੇ ਸਰਕਾਰ ਵੀ ਤੇ ਇਹੋ ਜਿਹੇ ਤਰੀਕੇ ਅਪਣਾਉਂਦੀ ਵੀ ਉਹਨਾਂ ਨੂੰ ਸਸਪੈਂਡ ਕਰ ਦਿਓ। ਜੇ ਤੁਸੀਂ ਜਾਂਚ ਕਰਾ ਲਈ ਆ ਤੇ ਫਿਰ ਸਸਪੈਂਡ ਕਾਹਤੋਂ ਕਰ ਦਿਓ, ਘਰ ਨੂੰ ਤੋਰੋ। ਮੈਂ ਤੁਹਾਨੂੰ ਹੋਰ ਬੇਨਤੀ ਕਰਨ ਲੱਗਾ ਇਸੇ ਮਸਲੇ ਤੇ, ਤੁਹਾਨੂੰ ਯਾਦ ਹੋਣਾ ਜੀ ਕਿ ਉਸ ਟਾਈਮ ਤੇ ਵੀ ਮੈਡਮ ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਸਨ ਜੀ, ਜਦੋਂ ਭਾਈ ਨਿਰਮਲ ਸਿੰਘ ਖਾਲਸਾ ਅਕਾਲ ਚਲਾਣਾ ਕਰਦੇ ਜੀ ਜੀ, ਉਸ ਵੇਲੇ ਉਹਨਾਂ ਦੀ ਆਡੀਓ ਸਾਹਮਣੇ ਆਈ ਕਿ ਮੇਰਾ ਇਲਾਜ ਨਹੀਂ ਹੋ ਰਿਹਾ। ਉਸ ਵੇਲੇ ਪੂਰੇ ਪੰਜਾਬ ਨੇ ਆਵਾਜ਼ ਉਠਾਈ ਕਿ ਇਸ ਮੌਤ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਜੀ, ਲੇਕਿਨ ਕਿਸੇ ਨੇ ਸੁਣਵਾਈ ਕੀਤੀ ਨਹੀਂ। ਉਸ ਟਾਈਮ ਤੇ ਜਿਹੜੇ ਸਾਡੇ ਸਿਹਤ ਮੰਤਰੀ ਸੀ ਜਾਂ ਜਿਹੜੇ ਇੱਥੋਂ ਸਾਡੇ ਲੋਕਲ ਸੀਗੇ ਹਾਇਰ ਐਜੂਕੇਸ਼ਨ ਦੇ, ਮੈਡੀਕਲ ਐਜੂਕੇਸ਼ਨ ਦੇ, ਉਹਨਾਂ ਨੇ ਕਹਿਤਾ ਬਿਲਕੁਲ ਸਹੀ ਹੋਇਆ ਜੀ ਸਾਰਾ। ਹੁਣ ਉਸ ਕੇਸ ਦੀ ਦੁਬਾਰਾ ਜਾਂਚ ਖੁੱਲੀ ਆ, ਤੇ ਜਦੋਂ ਤੁਸੀਂ ਉਸ ਜਾਂਚ ਦੇ ਵਿੱਚੋਂ ਪਹਿਲੂ ਜਿਹੜੇ ਸੀਗੇ ਉਹੀ ਪਾਸੇ ਕਰਨੇ ਸ਼ੁਰੂ ਕਰਤੇ, ਫਿਰ ਉਸ ਜਾਂਚ ਦੀ ਵੀ ਕੀ ਤੁਸੀਂ ਨਹੀਂ, ਉਹਦੇ ਚ ਵੀ ਦੋ ਪਹਿਲੂ ਮੈਨੂੰ ਟੈਕਨੀਕਲੀ ਬਹੁਤਾ ਪਤਾ ਨਹੀਂ ਕਿ ਜਿਹੜੇ ਗੁਰੂ ਨਾਨਕ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਹੁੰਦੇ ਜੀ, ਤੇ
ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਹੁੰਦੇ ਆ, ਇਹਨਾਂ ਦੇ ਵਿੱਚ ਪਾਵਰਸ ਦਾ ਵੰਡ ਕਿਵੇਂ ਹੁੰਦੀ ਆ, ਇਹ ਇੱਕ ਟੈਕਨੀਕਲ ਇਸ਼ੂ ਹੋ ਸਕਦਾ। ਲੇਕਿਨ ਹਾਂ ਇਹ ਗੱਲ ਜ਼ਰੂਰੀ ਹੈ ਕਿ ਜੇਕਰ ਭਾਈ ਨਿਰਮਲ ਸਿੰਘ ਦੀ ਮੌਤ ਸੰਬੰਧੀ ਜਾਂਚ ਹੋ ਰਹੀ ਹੈ ਬਿਲਕੁਲ, ਤੇ ਜਾਂਚ ਨਾਲ ਸੰਬੰਧਿਤ ਲੋਕ ਜੇ ਕੁਰਸੀ ਤੋਂ ਪਾਸੇ ਹੋ ਜਾਂਦੇ ਆ, ਚਲੋ ਵੈਸੇ ਤਾਂ ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਜਾਂਚ ਦੌਰਾਨ ਬੰਦਾ ਕੁਰਸੀ ਤੇ ਨਹੀਂ ਰਹਿਣਾ ਚਾਹੀਦਾ, ਲੇਕਿਨ ਜੇਕਰ ਕੋਈ ਮੁਅੱਤਲ ਬੰਦਾ ਮਨਾ ਕਰ ਦਿੰਦਾ ਕਿ ਮੈਂ ਨਹੀਂ ਆ ਸਕਦਾ ਤੇ ਉਹ ਲਿੰਗਰ ਔਨ ਹੋ ਸਕਦੀ ਆ, ਲੰਬੀ ਚਲੇ ਜਾਂਦੀ ਜਾਂਚ। ਸੋ ਸਵਾਲ ਵੱਡਾ ਹੈ ਕਿ ਜਦੋਂ ਕਰਪਸ਼ਨ ਕੇਸਿਸ ਦੇ ਵਿੱਚ ਤੁਸੀਂ ਜਾਂਚ ਤੋਂ ਬਾਅਦ ਕਿਸੇ ਨੂੰ ਮੁਅੱਤਲ ਕਰ ਰਹੇ ਹੋ, ਇੱਕ ਤਾਂ ਹੁੰਦਾ ਚਾਰਜ ਸ਼ੀਟ ਕਰ ਦੇਣਾ, ਤੇ ਮੈਂ ਕਹਿੰਦਾ ਜੇ ਤੁਸੀਂ ਸਾਰੀ ਜਾਂਚ ਦੇ ਵਿੱਚ ਕਿਸੇ ਨੂੰ ਦੋਸ਼ੀ ਪਾ ਲਿਆ, ਸਾਨੂੰ ਨਹੀਂ ਪਤਾ ਕਿ ਉਹ ਤੁਸੀਂ ਕਿਹਨੂੰ ਪਾਇਆ ਕਿ ਨਹੀਂ, ਜੇ ਸਸਪੈਂਡ ਕੀਤਾ ਹੈ ਤੇ ਤੁਸੀਂ ਉਹ ਤੋਂ ਅਗਲਾ ਸਟੈਪ 2 ਦਿਨ ਹੋਰ ਲਾ ਕੇ ਉਹਨਾਂ ਨੂੰ ਟਰਮੀਨੇਟ ਕਰੋ। ਔਰ ਵੱਡੀ ਗੱਲ ਇਹ ਆ ਕਿ ਜਿਹੜਾ ਬੰਦਾ ਸ਼ਿਕਾਇਤ ਕਰ ਰਿਹਾ ਉਹ ਮੈਂਬਰ ਪਾਰਲੀਮੈਂਟ ਹੈ। ਨਹੀਂ ਦੇਖੋ ਸ਼ਿਕਾਇਤ ਕਰਤਾ ਤੇ ਕਾਰਵਾਈ ਕਰਵਾਉਣ ਵਾਲਾ ਬੰਦਾ ਕੋਈ ਮਾੜਾ ਮੋਟਾ ਅਮਾਤੜ ਬੰਦਾ ਨਹੀਂ ਹੈ। ਸਰ ਦੇਖੋ 2 ਪਹਿਲੂ ਆ, ਇੱਕ ਸਿਹਤ ਮੰਤਰੀ ਵੀ ਅੰਮ੍ਰਿਤਸਰ ਦਾ, ਬਿਲਕੁਲ, ਰਿਸਰਚ ਐਂਡ ਮੈਡੀਕਲ ਐਜੂਕੇਸ਼ਨ, ਨਹੀਂ ਰਿਸਰਚ ਮੈਂ ਉਹੀ ਕਹਿ ਰਿਹਾ, ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਦੇ ਮਿਨਿਸਟਰ ਨੇ ਓਪੀ ਸੋਨੀ ਜੀ, ਔਰ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਐਮਪੀ ਨੇ, ਉਹ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ। ਸਵਾਲ ਇਹ ਹੈ ਕਿ ਉਹਨਾਂ ਦੀ ਕਿੰਨੇ ਦਰ ਸੁਣੀ ਨਹੀਂ ਗਈ, ਦੁਬਾਰਾ ਉਹਨਾਂ ਕੇਂਦਰ ਨੂੰ ਚਿੱਠੀ ਲਿਖੀ ਕਿ ਮੇਰੇ ਆਪਣੇ ਤੇ ਮੰਨਦੇ ਨਹੀਂ, ਚਲੋ ਉੱਤੇ ਵਾਲਿਆਂ ਨੂੰ ਮਨਾਉਣੇ। ਸੋ ਹੁਣ ਜਦੋਂ ਆਨਨ ਫਾਨਨ 'ਚ ਕਾਰਵਾਈ ਕੀਤੀ, ਇਹਦੇ ਪਿੱਛੇ ਜਾਂਚ ਕਰ ਲਈ ਗਈ ਜਾਂ ਟੈਂਪਰੇਰੀਲੀ ਫੇਜ਼ ਵਜੋਂ ਉਹਨਾਂ ਨੂੰ ਸਸਪੈਂਡ ਕਰਤਾ ਗਿਆ, ਜਾਂਚ ਫੇਰ ਹੋਣੀ ਹੈ। ਇਹ ਸਵਾਲਾਂ ਦੇ ਘੇਰੇ 'ਚ ਆ। ਜਦੋਂ ਮਾਨਵਤਾ ਮਰ ਰਹੀ ਸੀ, ਲੋਕਾਂ ਦੇ ਸਾਹਮਣੇ ਸੰਕਟ ਸੀ, ਉਦੋਂ ਗਲਤ ਕਿੱਟਾਂ, ਘਟੀਆ ਮਿਆਰ ਦੀਆਂ ਕਿੱਟਾਂ ਜਾਂ ਬਾਕੀ ਸਾਜੋ ਸਮਾਨ ਜਿਹਦੇ ਤੇ ਉਂਗਲ ਉੱਠੀ ਹੈ, ਉਹ ਵੀ ਕਿਸੇ ਨੂੰ ਮੌਤ ਦੇ ਮੂੰਹ ਉਤਾਰਨ ਵਰਗੀ ਗੱਲ ਹੈ। ਜਿਹੜੇ ਡਾਕਟਰਸ ਨੂੰ ਤੁਸੀਂ ਉਹ ਪੀਪੀ ਕਿੱਟਾਂ ਦੇ ਰਹੇ ਹੋ, ਆਖਰਕਾਰ ਤੇ ਜੇ ਤੁਸੀਂ ਉਹਨਾਂ ਨੂੰ ਕਰੋਨਾ ਯੋਧਾ ਮੰਨ ਰਹੇ ਹੋ ਤੇ ਆਖਰ ਉਹ ਯੋਧੇ ਨੇ ਜਿਹੜੇ ਮੌਤ ਦੇ ਨਾਲ ਖੇਡ ਰਹੇ ਨੇ। ਸਰ ਉਹਨਾਂ ਨੂੰ ਨਿਹੱਥੇ ਕਰਕੇ ਤੋਰ ਰਹੇ ਹੋ ਯੁੱਧ ਲੜਨ, ਉਹਨਾਂ ਉੱਤੇ ਤੁਸੀਂ ਨਿਹੱਥੇ ਕਰਕੇ ਕਮਜ਼ੋਰ ਕਰਕੇ ਤੋਰਤਾ। ਤੁਸੀਂ ਅਗਲੇ ਨੂੰ ਉਹ ਦੁਸ਼ਮਣ, ਅਦਿੱਖ ਦੁਸ਼ਮਣ ਜਿਹੜਾ ਮਾਰ ਰਿਹਾ, ਉਹਦੇ ਸਾਹਮਣੇ ਸੁੱਟਤਾ। ਬਿਲਕੁਲ, ਤੁਸੀਂ ਤਾਂ ਉਹਨਾਂ ਨੂੰ ਹਥਿਆਰ ਵੀ ਨਾ ਦਿੱਤੇ। ਸੋ ਪਹਿਲੇ ਹਮਲੇ 'ਚ ਅਗਲੇ ਰਗੜੇ ਜਾ। ਔਰ ਇਹੋ ਜੀ ਜਿਹੜੀ ਕਮੀ ਆ, ਪੇਸ਼ੀ ਆ, ਤਰੁਟੀ ਆ, ਉਹ ਕੋਈ ਮਾਮੂਲੀ ਜਿਹੜਾ ਦੋਸ਼ ਨਹੀਂ ਹੈ। ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ, ਔਰ ਖਾਸ ਤੌਰ ਤੇ ਕਿਸੇ ਮਹਾਮਾਰੀ ਦੇ ਦੌਰਾਨ ਕੋਈ ਇਸ ਤਰ੍ਹਾਂ ਦੇ ਹੱਥ ਕੰਡੇ ਜਾਂ ਗਲਤ ਤੌਰ ਤਰੀਕੇ, ਜਿਹੜਾ ਵੀ ਜ਼ਿੰਮੇਵਾਰ ਆ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦੇ, ਜਿਹੜਾ ਵੀ ਜ਼ਿੰਮੇਵਾਰ ਆ ਉਹਨੂੰ ਸਖਤ ਸਜ਼ਾ ਦਿਓ। ਪਹਿਲੀ ਗੱਲ ਤੇ ਇਹ ਹੈ ਕਿ ਉਹਨੂੰ ਉਹ ਜਿਹੜੀ ਆਮ ਬੰਦੇ ਨੂੰ ਫੜ ਕੇ ਝੱਟ ਅੰਦਰ ਕਰ ਦਿੰਦੇ ਹੋ ਨਾ ਜੀ, ਉਹ ਵੀ ਕਰੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।